ਭੁਗਤ ਗਿਆਨ ਦਇਆ ਭੰਡਾਰਨ, ਘਟ ਘਟ ਵਾਜੈ ਨਾਦ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਵਿਜੋਗ ਦੋਏ ਕਾਰ ਚਲਾਵੈ, ਲੇਖੇ ਆਵੈ ਭਾਗ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ। ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਜਪ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚ ਅੱਜ ਆਪਾਂ 29 ਨੰਬਰ ਪੌੜੀ ਦਾ ਪਾਠ ਸਰਵਣ ਕੀਤਾ ਹੈ। ਆਪਾਂ 28 ਨੰਬਰ ਪੌੜੀ ਤੱਕ ਵਿਚਾਰ ਸਾਂਝੇ ਕਰ ਚੁੱਕੇ ਹਾਂ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਇਹ ਉਚਾਰਨ ਕੀਤੀ ਹੋਈ ਬਾਣੀ, ਜਿਸ ਵਿੱਚ ਗੁਰਦੇਵ ਪਿਤਾ ਮਹਾਰਾਜ ਜੀ ਨੇ ਪਰਮੇਸ਼ਰ ਬਾਰੇ ਅਤੇ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਜਿਹੜੇ ਸਮਾਜ ਵਿੱਚ ਭੁਲੇਖੇ ਪਏ ਹੋਏ ਸਨ, ਜਾਂ ਪ੍ਰਮਾਤਮਾ ਦੀ ਹੋਂਦ ਬਾਰੇ ਜਾਂ ਉਸ ਨੂੰ ਪਾਉਣ ਬਾਰੇ ਜਿਹੜੇ ਲੋਕ ਸਰੀਰ ਦੇ ਤਲ ਉੱਪਰ ਕਰਮਕਾਂਡ ਕਰ ਰਹੇ ਸਨ, ਉਹਨਾਂ ਕਰਮਕਾਂਡਾਂ ਦਾ ਜਿੱਥੇ ਜ਼ਿਕਰ ਕੀਤਾ, ਨਾਲ ਸਾਨੂੰ ਸਹੀ ਰਸਤਾ ਵੀ ਦੱਸਿਆ ਕਿ ਭਾਈ ਇਹਨਾਂ ਕਰਮਕਾਂਡਾਂ ਦੇ ਨਾਲ ਜ਼ਿੰਦਗੀ ਵਿੱਚ ਪ੍ਰਾਪਤ ਕੁਝ ਨਹੀਂ ਹੋਣਾ, ਸਗੋਂ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਅਸੀਂ ਅਜਾਈਂ ਗਵਾ ਕੇ ਸੰਸਾਰ ਤੋਂ ਤੁਰ ਜਾਵਾਂਗੇ। ਗੁਰਦੇਵ ਪਿਤਾ ਮਹਾਰਾਜ ਜੀ ਨੇ ਜਿੱਥੇ ਇਸ ਬਾਣੀ ਦੇ ਵਿੱਚ ਹਰ ਉਸ ਵਿਸ਼ੇ ਨੂੰ ਟੱਚ ਕੀਤਾ ਹੈ ਜਿਹੜਾ ਵਿਸ਼ਾ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੈ, ਭਾਵੇਂ ਉਹ ਜੋਗੀ ਲੋਕ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਇਸ ਸੰਸਾਰ 'ਤੇ ਹੁੰਦਾ ਹੈ, ਉਸ ਵਕਤ 3 ਹੀ ਧਰਮ ਦੇ ਆਗੂ ਜਾਂ ਠੇਕੇਦਾਰ ਮੰਨੇ ਗਏ ਸਨ, ਜਿਨ੍ਹਾਂ ਵਿੱਚ ਕਾਜੀ ਸੀ, ਬ੍ਰਾਹਮਣ ਸੀ ਅਤੇ ਜੋਗੀ ਲੋਕ ਸਨ। ਤਾਂ ਹੀ ਕਿਹਾ ਸੀ ਵੀ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਤਿੰਨਾਂ ਨੂੰ ਇੱਕੇ ਲਾਈਨ 'ਚ ਖਿਲਾਰ ਕੇ ਕਹਿ ਦਿੱਤਾ ਵੀ ਤਿੰਨਾਂ ਨੇ ਸਮਾਜ ਵਿੱਚ ਉਜਾੜਾ ਧਰਿਆ ਹੈ, ਕਿਉਂਕਿ ਇਹ ਤਿੰਨੇ ਉਸ ਵਕਤ ਦੇ ਧਰਮ ਦੇ ਠੇਕੇਦਾਰ ਸੀ। ਵੱਖਰੀ ਗੱਲ ਹੈ, ਅੱਜ ਸਿੱਖੀ ਸਰੂਪ ਦੇ ਵਿੱਚ ਵੀ ਸਾਡੇ ਕੋਲੋਂ ਬਹੁਤ ਕੁਝ ਐਸਾ ਹੀ ਕਰਾਇਆ ਜਾ ਰਿਹਾ ਜਿਨ੍ਹਾਂ ਤੋਂ ਸਾਨੂੰ ਗੁਰਮਤ ਰੋਕਦੀ ਹੈ। ਤੋ ਸਾਧ ਸੰਗਤ ਜੀ, ਜਿਵੇਂ ਆਪਾਂ ਲੜੀਵਾਰ ਬਾਣੀ ਦੀ ਵਿਚਾਰ ਆਰੰਭ ਕਰਦੇ ਆ ਰਹੇ ਹਾਂ, ਜਿਵੇਂ ਆਪਾਂ ਪਹਿਲੀਆਂ ਪੌੜੀਆਂ ਵਿੱਚ ਸਰਵਣ ਕਰ ਚੁੱਕੇ ਹਾਂ ਕਿ 8, 9, 10 ਅਤੇ 11 ਇਹ ਜਿਹੜੀਆਂ 4 ਪੌੜੀਆਂ, ਇਹਨਾਂ ਦੀਆਂ ਅਖੀਰਲੀਆਂ ਤੁਕਾਂ ਸੇਮ ਸਨ। ਇਸ ਤੋਂ ਬਾਅਦ ਅੱਗੇ 12, 13, 14 ਅਤੇ 15 ਇਹ 4 ਪੌੜੀਆਂ ਦੀਆਂ ਵੀ ਅਖੀਰਲੀਆਂ ਤੁਕਾਂ ਸੇਮ ਸਨ। ਇਸ ਤੋਂ ਬਾਅਦ ਅੱਗੇ ਜਦੋਂ ਆਪਾਂ ਪੜ੍ਹਦੇ ਹਾਂ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਪਹਿਲਾਂ 11, 12, 13, 14, 15, ਫਿਰ 16, 17, 18 ਅਤੇ 19 ਇਹ 4 ਪੌੜੀਆਂ ਦੀ ਜਿਹੜੀਆਂ ਅਖੀਰਲੀਆਂ ਪੰਕਤੀਆਂ ਸਨ ਸੇਮ ਸਨ। ਸੇਮ ਇੱਥੇ ਵੀ ਇੱਦਾਂ ਹੀ ਹੈ। 28, 29, 30 ਅਤੇ 31 ਇਹ ਜਿਹੜੀਆਂ 4 ਪੌੜੀਆਂ ਨੇ, ਇਹਨਾਂ ਵਿੱਚ ਅਖੀਰਲੀਆਂ ਤੁਕਾਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਬਖਸ਼ਿਸ਼ ਕੀਤਾ ਵੀ ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਿਉਂਕਿ ਜਦੋਂ ਵੀ ਆਪਾਂ ਕਿਸੇ ਪ੍ਰਕਰਨ ਨੂੰ ਸ਼ੁਰੂ ਕਰਨਾ ਹੈ, ਉਹਨੂੰ ਅਖੀਰ ਤੱਕ ਲੈ ਕੇ ਜਾਣਾ ਹੈ, ਅਤੇ ਆਪਾਂ ਨੂੰ ਗੱਲ ਪਿਛਲੀ ਲੜੀ ਨਾਲ ਜੋੜਨੀ ਪਵੇਗੀ ਤਾਂ ਕਿ ਗੱਲ ਸਮਝ ਵਿੱਚ ਪੈ ਸਕੇ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪੌੜੀ ਵਿੱਚ ਜੋ ਵਿਚਾਰ ਦੇ ਰਹੇ ਨੇ ਕਿ ਮੇਰੀ ਉਸ ਮਾਲਕ ਨੂੰ ਨਮਸਕਾਰ ਹੈ ਜਿਹੜਾ ਕਲੰਕ ਤੋਂ ਰਹਿਤ ਹੈ, ਜਿਹੜਾ ਆਦ ਤੋਂ ਹੈ, ਜਿਹੜਾ ਨਾਸ਼ ਤੋਂ ਰਹਿਤ ਹੈ, ਜਿਹੜਾ ਹਰ ਸਮੇਂ ਇੱਕੋ ਜਿਹਾ ਹੈ। ਅਤੇ ਇਹਦਾ ਅਰਥ ਇਹ ਗੱਲ ਗੁਰਦੇਵ ਜੀ ਨੂੰ ਤਾਂ ਕਹਿਣੀ ਪਈ ਕਿ ਜਿਹੜੇ ਸਮਾਜ ਵਿੱਚ ਰੱਬ ਬਣਾ ਕੇ ਪੇਸ਼ ਕੀਤੇ ਗਏ ਸਨ, ਉਹਨਾਂ ਦੀ ਪੂਜਾ ਕੀਤੀ ਗਈ, ਉਹ ਸਥਾਪਿਤ ਵੀ ਕੀਤੇ ਗਏ, ਉਹਨਾਂ ਦੇ ਜੀਵਨ 'ਚ ਕਲੰਕ ਵੀ ਸੀ, ਪਰ ਉਹ ਸਮੇਂ ਨਾਲ ਬਦਲਦੇ ਵੀ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਪਰਮੇਸ਼ਰ ਦੀ ਵਿਚਾਰ ਸਾਡੇ ਸਾਹਮਣੇ ਰੱਖੀ ਜਿਹੜੀ ਜੁਗ ਜੁਗ ਏਕੋ ਵੇਸ। ਤੋ ਇਹ ਜਿਹੜੀ 28 ਅਤੇ 29 ਨੰਬਰ 2 ਪੌੜੀਆਂ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ 2 ਪੌੜੀਆਂ ਵਿੱਚ ਜੋਗੀਆਂ ਨਾਲ ਜੋ ਸੰਬੰਧਿਤ ਵਿਚਾਰਾਂ ਨੇ ਉਹ ਸਾਡੇ ਸਾਹਮਣੇ ਰੱਖ ਰਹੇ ਨੇ। ਜੋਗੀ ਭਾਵੇਂ ਇੱਥੇ ਪਾਤਰ ਦੇ ਰੂਪ 'ਚ ਵਰਤੇ ਨੇ, ਗੱਲ ਸਾਰੇ ਸਮਾਜ ਦੀ ਕੀਤੀ ਹੈ, ਕਿਉਂਕਿ ਇਹ ਭਾਵੇਂ ਗਿਆਨ ਦੀ ਗੱਲ ਹੈ, ਭਾਵੇਂ ਸੰਤੋਖ ਦੀ ਗੱਲ ਹੈ, ਭਾਵੇਂ ਉਦਮ ਦੀ ਗੱਲ ਹੈ, ਇਹ ਜਿਹੜੇ ਸ਼ਬਦ ਇਹਦੇ ਵਿੱਚ ਆਏ ਨੇ ਗੁਣਾਂ ਦੀ, ਇਹ ਹਰ ਇੱਕ ਨੂੰ ਚਾਹੀਦੇ ਨੇ। ਇਹਦਾ ਇਹ ਨਹੀਂ ਆਪਾਂ ਕਹਿ ਸਕਦੇ ਵੀ ਇਕੱਲਾ ਇਹ ਜੋਗੀਆਂ ਨਾਲ ਸੰਬੰਧਿਤ ਹੈ, ਪਰ ਜੋਗੀ ਲੋਕ ਇਹ ਕਰਮ ਕਰਦੇ ਸਨ। ਜਿਵੇਂ ਆਪਾਂ ਇਸ ਤੋਂ ਪਹਿਲੀ ਪੌੜੀ ਵਿੱਚ ਸਰਵਣ ਕਰ ਚੁੱਕੇ ਹਾਂ ਕਿ ਗੁਰਦੇਵ ਜੀ ਨੇ ਜੋਗੀ ਨੂੰ ਪੁੱਛਿਆ ਸੀ, ਤੁਸੀਂ ਮੁੰਦਰਾਂ ਕਿਉਂ ਪਾਉਂਦੇ ਜੇ? ਕਹਿੰਦੇ ਇਸ ਕਰਕੇ ਵੀ ਦੁਨੀਆ ਨੂੰ ਪਤਾ ਲੱਗ ਜਾਏ ਅਸੀਂ ਰੱਬ ਦੇ ਰਸਤੇ 'ਤੇ ਤੁਰੇ ਹੋਏ ਹਾਂ। ਤਾਂ ਗੁਰਦੇਵ ਜੀ ਨੇ ਉੱਥੇ ਕਿਹਾ ਸੰਤੋਖ ਧਾਰਨ ਕਰ ਲਓ। ਸੰਤੋਖ ਧਾਰਨ ਕਰਨ ਵਾਲੇ ਬੰਦੇ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹਦੇ ਨਾਲ ਵਰਤੋਂ ਵਿਹਾਰ ਕਰਨ ਵਾਲੇ ਬੰਦੇ ਨੂੰ ਆਪਣੇ ਆਪ ਉਹਦੇ ਬਾਰੇ ਪਤਾ ਲੱਗ ਜਾਂਦਾ ਹੈ ਕਿ ਇਹ ਸੰਤੋਖੀ ਬੰਦਾ ਹੈ, ਸਬਰ ਵਾਲਾ ਹੈ, ਵਧੀਆ ਹੈ, ਨੇਕ ਹੈ ਭਾਈ, ਇਹ ਕਿਸੇ ਦਾ ਨੁਕਸਾਨ ਕਰਨ ਵਾਲਾ
नहीं है। उद्यमी बंदे का भी अपने आप पता लग जाता है, हड्ड हरामी का भी पता लग जाता है। तो ये गुण सन। तो इस तरह गुरुदेव पिता महाराज जी ने ये गल्लां साडे सामने रखियां ने कि जोगी लोग, क्योंकि एक कुदरती गल सी, ये वो लोग सन जिहड़े आम समाज ते प्रभाव पाउंदे सन कि असीं रब दे रस्ते ते तुरे होए हाँ। तो गुरु नानक साहब महाराज कहंदे, हे जोगी लोको, आओ मेरी ते नमस्कार उस परमात्मा नूं है, आदेश प्रणाम नमस्कार तिसै आदेश उस मालक नूं। कहण लगे आद जिहड़ा मुੱਢ तो है, अनील जिहड़ा दाग तो रहत है, जिते कोई कलंक नहीं है। तो जो आप बाणी विच आपां पहलियां पौड़ियां च भी सरवण कर चुके हैं, जो परमेश्वर नूं असीं सर्व व्यापक कहने, सबे घट राम बोले, ये शब्द बोलते हैं भी सब गोबिंद है। तो बंदे च बैठा जरूर है, पर बंदे दे कलंकां दा ਜਿਹੜਾ ਸਿਹਰਾ ਵਾ ਉਹ ਨਹੀਂ परमात्मा ਦੇ ਅਸੀਂ ਮੱਥੇ ਤੇ ਮੜ ਸਕਦੇ। ਮੰਨ ਲਓ ਕੱਲ੍ਹ ਨੂੰ ਬੰਦਾ ਚੋਰੀ ਕਰਦਾ, ਆਪਾਂ ਕਹਾਂਗੇ ਰੱਬ ਚੋਰੀ ਕਰਦਾ, ਤਾਂ ਹੀ ਤੁਸੀਂ ਵੇਖੋ ਕਈ ਬੰਦੇ ਕਹਿਣਗੇ ਵੇਖੋ ਜੀ ਇਹ ਜਦੋਂ परमात्मा ਸਾਰਿਆਂ 'ਚ ਵਿਆਪਕ ਹੈ, ਇਹਦਾ ਮਤਲਬ ਜਿਹੜਾ ਚੋਰੀ ਕਰ ਗਿਆ ਰੱਬ ਚੋਰੀ ਕਰ ਗਿਆ। ਨਹੀਂ, ਇਹ ਇੱਕ ਨਿੱਕਾ ਜਿਹਾ ਭੇਦ ਹੈ ਜਿਹੜਾ ਸਤਿਗੁਰ ਦੀ ਬਾਣੀ ਨੇ ਇੰਜ ਪੇਸ਼ ਕੀਤਾ ਹੈ ਕਿ ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਇਮ ਪਾਈ ਹੈ। ਭਾਵ ਸੰਸਾਰ ਦੇ ਹਰ ਜੀਵ 'ਚ ਬੈਠਾ ਹੋਇਆ ਵੀ ਉਹ ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਜੇ ਜੀਵ ਉਸ ਸੱਚ ਨਾਲ ਜੁੜ ਜਾਏ ਤੇ ਅਸੀਂ ਵੀ ਮਾਇਆ ਦੀ ਕਾਲਖ ਤੋਂ ਰਹਿਤ ਹੋ ਸਕਦੇ ਹਾਂ। ਅਸੀਂ ਵੀ ਜੇ ਉਸ ਅਨੀਲ ਦੇ ਨਾਲ ਜੁੜਾਂਗੇ ਤੇ ਅਸੀਂ ਵੀ ਦਾਗ ਤੋਂ ਰਹਿਤ ਜ਼ਿੰਦਗੀ ਜਿਉ ਸਕਦੇ ਹਾਂ। तो ये गुरुदेव जी ने बहुत सोहने हवाले दिते, क्योंकि असीं थोथा ज्ञान चक्की फिरदे आसे पासे वाला। जदों असीं गुरबाणी नूं समझांगे, जिंदगी नूं गुरबाणी मुताबक ढाल के वेखांगे तो सानूं जिंदगी जीउण दी समझ आएगी, बाणी सानूं सिखाउंदी की है। क्योंकि जिहड़ी गुरबाणी दा ज्ञान है ना, वो साडे परिवारां चों, साडे दोस्तां मित्रां चों, साडे इर्द गिर्द रहण वालियां चों पता लगना भी इस बंदे दा लोकां नाल व्यवहार की है, ये बेईमान ते नहीं, ठग ते नहीं, किहदा नुकसान ते नहीं करदा। तो ये गल्लां तो पता लगना कि इस बंदे ने बाणी पढ़ी नहीं है, इस बंदे ने बाणी नूं जीव के वेख्या अपनी जिंदगी दे विच। तो पातशाह बहुत प्यारे शब्द इत्थे वरत रहे ने, कहंदे आद जिहड़ा मुੱਢ तो है, अनील जिहड़ा दाग तो रहत है, आद अनील। तो ये शब्द गुरुदेव पिता महाराज ने किड्डे प्यारे वरते हैं, आद अनील अनाद। अनाद का अर्थ की है जिहदा मुੱਢ कोई नहीं। कहण लगे अनाहत, अनाहत का अर्थ है जो हत्या तो रहते, नाश तो रहते, जुग जुग हर समय। जुग जुग का अर्थ होंदा हर समय, जुग जुग एको वेस, जिहड़ा हर समय एको जिहा रहिंदा है। जिहड़ा समय ना बदले वो रब थोड़ा हो सकता है। वो आपां पहलियां पौड़ियां विच सरवण कर चुके हैं। तो गुरुदेव जी कहंदे, हे जोगी लोको, तुसीं अपने आप नूं कहंदे हो भी असीं बड़े श्रोमणी हाँ, ते आओ जी सच्ची गल है। जिवें जोगी लोग चूरमा वंडदे सी, तुसीं वेख्या होगा जोगी लोग जदों चूरमा वंडदे सी ना, तो चूरमा भी वो वंडण लग्गिया एक वितकरा रखते सी, अपणिआं नूं देना, दूजिआं नूं परां कर देना। तो गुरुदेव पिता महाराज कहंदे, जोगी लोको आओ मैं तुहानूं दस्सां कि जिवें कन्नां 'च मुंदरां पाउण दी बजाए संतोख धारण करना, इदां चूरमे की जगह अपनी जिंदगी 'च ज्ञान लैके आओ। भुगत ज्ञान, भुगत दा अर्थ है चूरमा, ज्ञान का चूरमा लैके आओ। किहड़ा ज्ञान? परमेश्वर की समझ वाला ज्ञान, जिंदगी नूं सवारन वाला ज्ञान। क्योंकि जदों असीं ये शब्द बोलते हैं ना भी ज्ञान, ज्ञान तो चोर नूं ही है। हुण तुसीं वेखो एक लॉक है, वो चाबी नाल खुलदा है, चोर बिना चाबी तो लॉक खोल दिंदा है। पर की वो ज्ञान समाज के फायदे वास्ते है? वो ज्ञान समाज के नुकसान वास्ते है। डॉक्टर नूं ज्ञान है, वो बंदे का ऑपरेशन करता है, वधिया ज्ञान है, एक मरीज नूं ठीक करता है। पर कई बारी सुरत खराब हो जाए तो उस ज्ञान नाल गुरदे कढ़ के भी वेच दिंदा है। ज्ञान वो है जिहड़ा समाज नूं सेध दिंदा है। ज्ञान ज्ञान च भी फर्क है। एडवोकेट दे कोल ज्ञान है, वकील कोल ज्ञान है, सामने पता भी आ मुजरम है, उस ज्ञान की बदौलत उन्होंने जेल में धक्कदा ताकि दोबारा कोई क्राइम कर लग्या 100 बार सोचे। जे उन्हें 4 पैसे लै लै तो उन्होंने पता भी आ मुजरम है, वो हक च भुगत के दूजे नूं जिहड़ा बिल्कुल बेगुनाह बंदा है उन्होंने दलीलां नाल जेल च धक्क देवे। काहदा ज्ञान होया? इस ज्ञान ने तो समाज में विगाड़ पैदा कर दिता। तां ही आख्या सी ना, ऐसा ज्ञान जपो मन मेरे, होवो चाकर साचे केरे। ज्ञान ज्ञान च भी फर्क है। वो ज्ञान जिहड़ा ज्ञान साडी जिंदगी नूं उच्चा चुकदा है, जिहड़ा ज्ञान साडी जिंदगी नूं खूबसूरत बनाउंदा है। गुरुदेव जी कहंदे ने, हे जोगी लोको, अपनी जिंदगी विच चूरमा जे वंडना है ना तो ज्ञान दा वंडो। क्योंकि हाड़ आ चूरमा तुसीं वंडदे हो। एक गल दा ख्याल रखिओ, जिहड़े जोगी लोग सन ना, जदों चूरमा वंडदे सी तो अपने जिहड़े अन्यायी सन, जिहड़े उन्हां दे अपने निकटवर्ती सन हुंदे सन, उन्हां नूं दिंदे सन। आम गृहस्थी बंदा तो उस चूरमे तो दूर रहिंदा सी, दे नहीं सकदे, क्योंकि उन्हां दे मुताबक ये सी भी ये चूरमे दे असीं हकदार वां। तां ही तुसीं वेखो ना, गृहस्थियां नाल ते नफरत करदे सी। जदों असीं गुरु नानक साहिब महाराज जी दे प्रचार दौरिਆਂ ਦਾ इतिहास पढ़दे हां
ਤੇ ਗੁਰੂ ਨਾਨਕ ਸਾਹਿਬ ਜਦੋਂ ਪ੍ਰਚਾਰ ਦੌਰਿਆਂ ਤੇ ਜਾਂਦੇ ਨੇ, ਜਦੋਂ ਅਚਲ ਬਟਾਲੇ ਗੁਰੂ ਨਾਨਕ ਸਾਹਿਬ ਸਾਰੇ ਪ੍ਰਚਾਰ ਦੌਰੇ ਕਰਦੇ, ਜਦੋਂ ਇੱਧਰ ਦੀ ਲੰਘੇ ਨੇ ਤੇ ਉੱਥੇ ਭਾਈ ਗੁਰਦਾਸ ਜੀ ਨੇ ਬਹੁਤ ਪਿਆਰੀਆਂ ਜਿਹੜੀਆਂ ਪੰਕਤੀਆਂ ਨੇ ਲਿਖੀਆਂ ਨੇ ਆਪਣੀਆਂ ਪੌੜੀਆਂ ਦੇ ਵਿੱਚ, ਕਿ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹਨਾਂ ਨੇ ਗ੍ਰਸਤੀਆਂ ਵਾਲੇ ਕੱਪੜੇ ਪਾਏ ਵੇਖੇ, ਉਹਨਾਂ ਨੂੰ ਗੁੱਸਾ ਬੜਾ ਚੜਿਆ, ਐਨ ਅੱਗ ਬਬੂਲੇ ਹੋ ਗਏ ਵੀ ਖਾਧੀ ਖੁਣਸ ਜੋਗੀਸ਼ਰਾਂ, ਗੋਸ਼ਟ ਕਰਨ ਸਭੇ ਉਠਿਆਈ, ਪੁੱਛੇ ਜੋਗੀ ਭੰਗਰਨਾਥ। ਭੰਗਰਨਾਥ ਜੋਗੀ ਪੁੱਛਦਾ ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਉਹ ਪੁੱਛਦੇ ਨੇ ਵੀ ਤੁਸੀਂ ਗ੍ਰਸਤੀ ਜੇ, ਤੁਸੀਂ ਗ੍ਰਸਤੀ ਬਣ ਗਏ। ਮਹਾਰਾਜ ਕਹਿੰਦੇ ਮੈਂ ਗ੍ਰਸਤੀ ਬਣ ਨਹੀਂ ਗਿਆ, ਮੈਂ ਹੈ ਹੀ ਗ੍ਰਸਤੀ ਸੀ, ਕਿਉਂਕਿ ਉਹਦੇ ਪਿੱਛੇ ਕਾਰਨ ਹੈ। ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਤੋਂ ਪਹਿਲੇ ਪ੍ਰਚਾਰ ਦੌਰੇ 'ਤੇ ਤੁਰਦੇ ਨੇ, ਉਦੋਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਦੋਨਾਂ ਸਾਹਿਬਜ਼ਾਦਿਆਂ ਦਾ ਜਨਮ ਹੋ ਚੁੱਕਾ ਹੈ। ਇਹਦਾ ਮਤਲਬ ਗੁਰੂ ਨਾਨਕ ਸਾਹਿਬ ਗ੍ਰਸਤੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਵਾਸਤੇ ਜਿਸ ਸੰਸਥਾ ਦੇ ਕੋਲ, ਜਿਸ ਇਲਾਕੇ 'ਚ ਗਏ, ਉੱਦਾਂ ਦਾ ਉਹਨਾਂ ਨੇ ਪਹਿਰਾਵਾ ਪਾਇਆ ਤਾਂ ਕਿ ਉਹਨਾਂ ਨੂੰ ਗੱਲ ਸਮਝਣੀ ਸੌਖੀ ਹੋ ਸਕੇ। ਪਰ ਜਦੋਂ ਅਖੀਰ ਕਰਤਾਰਪੁਰ ਦੀ ਧਰਤੀ 'ਤੇ ਆਏ, ਸਾਰੇ ਭੇਖ ਨੂੰ ਉਤਾਰ ਕੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ। ਭੇਖ ਉਤਾਰ ਜਿਹੜੀ ਗੱਲ ਵੀ ਫਿਰ ਬਾਬਾ ਜਦੋਂ ਅਖੀਰ ਕਰਤਾਰਪੁਰ ਦੀ ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ, ਚੜ੍ਹੇ ਸਵਾਈ ਦਹਿ ਦਹੀ, ਕਲਯੁਗ ਨਾਨਕ ਨਾਮ ਤੇ ਆਇਆ। ਉਹ ਤੇ ਸ਼ਬਦ ਵਰਤੇ ਨੇ ਵੀ ਜਦੋਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਦੀ ਧਰਤੀ 'ਤੇ ਆ ਜਾਂਦੇ ਨੇ, ਫਿਰ ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਫਿਰ ਜਦੋਂ ਜਾਰਤ ਕਰ ਮੁਲਤਾਨ ਦੀ, ਫਿਰ ਕਰਤਾਰਪੁਰੇ ਨੂੰ ਆਇਆ। ਜਦੋਂ ਕਰਤਾਰਪੁਰ ਗੁਰੂ ਨਾਨਕ ਸਾਹਿਬ ਜੀ ਆ ਗਏ, ਫਿਰ ਸਾਰਾ ਜਿਹੜੀ ਵਰਦੀ ਉਹਨਾਂ ਨੇ ਪ੍ਰਚਾਰ ਵਾਸਤੇ ਪਹਿਨੀ ਸੀ ਉਹ ਉਤਾਰ ਕੇ ਤੇ ਆਮ ਗ੍ਰਸਤੀਆਂ ਵਾਲੇ ਕੱਪੜੇ ਪਾ ਲਏ, ਤਾਂ ਕਿ ਇਹਨਾਂ ਨੂੰ ਇਹ ਲੱਗੇ ਮੈਂ ਵੀ ਤੁਹਾਡੇ ਵਰਗਾ ਹਾਂ, ਇਹ ਕਿਤੇ ਮੇਰੇ ਭੇਖ ਦੀ ਪੂਜਾ ਨਾ ਕਰਨ ਲੱਗ ਪੈਣ। ਤਾਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਉਸ ਗਿਆਨ ਦੀ, ਉਸ ਜਿਹੜਾ ਉਹਨਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ, ਉਹਨੂੰ ਆਮ ਸਮਝਣਾ ਹਰ ਇੱਕ ਬੰਦੇ ਵਾਸਤੇ ਸੌਖਾ ਹੋ ਗਿਆ। ਤੋ ਖੈਰ ਇਸ ਗੱਲ ਦਾ ਧਿਆਨ ਰੱਖਣਾ, ਜਿਹੜੀ ਗੱਲ ਇੱਥੇ ਭਾਈ ਗੁਰਦਾਸ ਜੀ ਲਿਖ ਰਹੇ ਨੇ, ਉਹਨਾਂ ਨੂੰ ਗੁੱਸਾ ਆਇਆ ਵੀ ਤੁਸੀਂ ਗ੍ਰਸਤੀ ਜੇ। ਮਹਾਰਾਜ ਕਹਿੰਦੇ ਮੈਂ ਗ੍ਰਸਤੀ ਪਹਿਲਾਂ ਹੀ ਸੀ, ਮੈਂ ਨਵਾਂ ਗ੍ਰਸਤੀ ਨਹੀਂ ਬਣਿਆ, ਕਿਉਂਕਿ ਮੈਂ ਜਿਹਦੀ ਗੱਲ ਕਰਨ ਤੁਰਿਆ ਉਹ ਖੁਦ ਆਪ ਗ੍ਰਸਤੀ ਹੈ, ਉਹਦਾ ਸਾਰਾ ਸੰਸਾਰ, ਉਹਦਾ ਆਪਣਾ ਇੱਕ ਪਰਿਵਾਰ ਹੈ। ਜਿਵੇਂ ਆਪਾਂ ਪਿੱਛੇ ਪੜ੍ਹ ਆਏ ਹਾਂ ਵੀ ਸੋ ਦਰ ਕਿਹਾ ਸੋ ਘਰ ਕਿਹਾ, ਭਾਵੇਂ ਉਹ ਕੁਐਸਚਨ ਮਾਰਕ ਲਾਇਆ ਮਹਾਰਾਜ ਨੇ ਵੀ ਉਹ ਦਰ ਕਿਹੋ ਜਿਹਾ, ਉਹ ਘਰ ਕਿਹੋ ਜਿਹਾ, ਅਤੇ ਘਰ ਹਮੇਸ਼ਾ ਗ੍ਰਸਤੀਆਂ ਦਾ ਹੁੰਦਾ ਹੈ। ਤੋ ਮੈਂ ਤੇ ਗੱਲ ਉਹਦੀ ਕਰਨ ਤੁਰਿਆ ਜਿਹੜਾ ਆਪ ਗ੍ਰਸਤੀ ਹੈ, ਜਿਹਦਾ ਸਾਰਾ ਸੰਸਾਰ ਆਪਣਾ ਇੱਕ ਪਰਿਵਾਰ ਹੈ, ਅਤੇ ਮੈਂ ਭਲਾ ਪਰਿਵਾਰ ਛੱਡ ਕੇ, ਗ੍ਰਸਤ ਛੱਡ ਕੇ ਕਿਵੇਂ ਦੁਨੀਆ ਨੂੰ ਕਹਿ ਸਕਦਾ ਕਿ ਤੁਸੀਂ ਇਸ ਰਸਤੇ 'ਤੇ ਤੁਰੋ। ਤੋ ਖੈਰ ਇਸ ਗੱਲ ਦਾ ਧਿਆਨ ਰੱਖਣਾ। ਉੱਥੇ ਭਾਈ ਗੁਰਦਾਸ ਜੀ ਨੇ ਬੜੇ ਪਿਆਰੇ ਸ਼ਬਦ ਵਰਤੇ, ਕਹਿੰਦੇ ਖਾਧੀ ਖੁਣਸ ਜੋਗੀਸ਼ਰਾਂ, ਗੋਸ਼ਟ ਕਰਨ ਸਭੇ ਉਠਿਆਈ, ਪੁੱਛੇ ਜੋਗੀ ਭੰਗਰਨਾਥ, ਤੋਏ ਦੁੱਧ ਵਿੱਚ ਕਿਉਂ ਕਾਂਜੀ ਪਾਈ। ਹੁਣ ਦੁੱਧ ਉਹ ਮੰਨਦੇ ਸੀ ਜੋਗ ਮਤ ਨੂੰ, ਤੇ ਕਾਂਜੀ ਕਹਿੰਦੇ ਸੀ ਵੀ ਤੁਸੀਂ ਵਿਆਹ ਕਰਾ ਲਿਆ, ਯਾਨੀ ਕਿ ਫਿਰ ਔਰਤ ਨੂੰ ਕਾਂਜੀ ਕਿਹਾ। ਕਾਂਜੀ ਕੀ, ਜਿਹੜਾ ਮਿਰਚਾਂ ਵਾਲਾ ਪਾਣੀ ਹੁੰਦਾ, ਵੀ ਤੁਸੀਂ ਦੁੱਧ ਵਿੱਚ ਕਾਂਜੀ ਪਾਤੀ, ਹੁਣ ਤੇ ਫਿੱਟਿਆ ਚਾਟਾ ਦੁੱਧ ਦਾ, ਇਹ ਤੇ ਦੁੱਧ ਦਾ ਚਾਟਾ ਖਰਾਬ ਹੋ ਗਿਆ ਤੇ ਰਿੜਕਿਆ ਮੱਖਣ ਹੱਥ ਨਾ ਆਈ। ਭੇਖ ਉਤਾਰ ਉਦਾਸ ਦਾ, ਵੱਤ ਕਿਉਂ ਸੰਸਾਰੀ ਰੀਤ ਚਲਾਈ। ਤੁਸੀਂ ਭੇਖ ਉਦਾਸ ਦਾ ਜਿਹੜਾ ਵਾ ਉਹ ਉਤਾਰ ਕੇ ਤੇ ਫੇਰ ਸੰਸਾਰੀ ਬਣ ਗਏ। ਤੇ ਗੁਰੂ ਨਾਨਕ ਸਾਹਿਬ ਉੱਥੇ ਫਿਰ ਸਵਾਲ ਕਰਦੇ ਉਹਨਾਂ ਨੂੰ, ਗੁਰੂ ਨਾਨਕ ਸਾਹਿਬ ਉਹਨਾਂ ਨੂੰ ਪੁੱਛਦੇ ਆ ਵੀ ਭਾਂਡਾ ਧੋਏ ਨਾ ਜਾਤੀਆਂ ਨੂੰ, ਭਾ ਕੁਚੱਜੇ ਫੁੱਲ ਸੁੜਾਈ। ਨਾਨਕ ਆਖਿਆ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ। ਹੁਣ ਮਾਂ ਦਾ ਅਰਥ ਤੇ ਮੱਤ ਹੈ, ਜਨਮ ਦੇਣ ਵਾਲੀ ਮਾਂ ਦੀ ਗੱਲ ਨਹੀਂ ਹੋ ਰਹੀ, ਉਹ 'ਚ ਮਾਂ ਦਾ ਕੀ ਕਸੂਰ ਹੈ। ਜਿਸ ਮਾਂ ਨੇ ਇਹਨੂੰ ਭੰਗਰਨਾਥ ਨੂੰ ਜਨਮ ਦਿੱਤਾ, ਉਹਦਾ ਕੀ ਕਸੂਰ ਹੈ। ਕਸੂਰ ਤੇ ਉਸ ਮੱਤ ਦਾ ਜਿਹਨੇ ਉਹਨੂੰ ਪੁੱਠੇ ਬੰਨੇ ਤੋਰਿਆ। ਉੱਥੇ ਸ਼ਬਦ ਵਰਤਿਆ, ਕਹਿੰਦੇ ਨਾਨਕ ਆਖਿਆ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ। ਮਾਂ ਮੀਨਿੰਗ ਮੱਤ, ਤੇਰੀ ਮੱਤ ਕੁਚੱਜੀ ਹੈ, ਜਿਹਨੇ ਤੈਨੂੰ ਪੁੱਠੇ ਬੰਨੇ ਤੋਰਿਆ, ਜਿਹਨੇ ਤੈਨੂੰ ਗ੍ਰਸਤੀਆਂ ਨਾਲੋਂ ਨਫ਼ਰਤ ਕਰਨ ਲਾ ਦਿੱਤਾ ਹੈ। ਭਾਂਡਾ ਧੋਏ ਨਾ ਜਾ ਤੈਨੂੰ, ਕਾਸ਼ ਕਿਤੇ ਤੇਰੀ ਇਸ ਮੱਤ ਨੇ ਤੇਰੇ ਹਿਰਦੇ ਦਾ ਭਾਂਡਾ ਧੋਤਾ ਹੁੰਦਾ ਤੇ ਤੂੰ ਗ੍ਰਸਤੀਆਂ ਨਾਲੋਂ ਨਫ਼ਰਤ ਨਾ ਕਰਦਾ। ਹੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ, ਤੂੰ ਜਿਸ ਗ੍ਰਸਤੀ ਨੂੰ ਕਾਂਜੀ ਕਹਿੰਦਾ, ਜਿਸ ਗ੍ਰਸਤੀ ਨੂੰ ਤੂੰ ਭੰਡਦਾ ਹੈ, ਜਿਨ੍ਹਾਂ ਗ੍ਰਸਤੀਆਂ ਨੂੰ ਤੂੰ ਮਾੜਾ ਕਹਿੰਦਾ, ਹੁਣ ਮੇਰਾ ਇੱਕ ਸਵਾਲ ਹੈ, ਜਦੋਂ ਭੁੱਖ ਲੱਗਦੀ ਖਾਣਾ ਕੀ ਹੈ? ਕਹਿੰਦਾ ਜੀ ਰੋਟੀ ਪ੍ਰਸ਼ਾਦਾ ਪਾਣੀ। ਜਦੋਂ ਤੂੰ ਪ੍ਰਸ਼ਾਦਾ ਪਾਣੀ ਖਾਣਾ ਹੈ, ਲੈ ਕੇ ਕਿੱਥੋਂ ਆਉਣਾ? ਕਹਿੰਦਾ ਜੀ ਮੈਂ ਗ੍ਰਸਤੀਆਂ ਦੇ ਘਰੋਂ ਮੰਗਦਾ। ਕਹਿੰਦੇ ਜਦੋਂ ਤੂੰ ਮੰਗਣ ਜਾਣਾ, ਜਦੋਂ ਤੂੰ ਆਪਣਾ ਠੂਠਾ ਅੱਗੇ ਕਰਦਾ, ਉਹ 'ਚ ਰੋਟੀ ਕੌਣ ਪਾਉਂਦਾ? ਕੁਦਰਤੀ ਗੱਲ ਹੈ, ਜਿਹੜੀ ਘਰ 'ਚ ਸਿਆਣੀ ਮਾਤਾ ਭੈਣ ਬੀਬੀ ਬੈਠੀ, ਉਹ ਹੀ ਤੇਰੇ ਠੂਠੇ 'ਚ ਰੋਟੀ ਪਾਏਗੀ ਨਾ। ਹੋਏ ਅਤੀਤ ਗ੍ਰਸਤ ਤਜ, ਤੂੰ ਅਤੀਤ ਖਵਾਉਣਾ ਹੈ ਗ੍ਰਸਤ ਛੱਡ ਕੇ, ਫਿਰ ਉਹਨੂੰ ਕਹਿ ਕਰ ਮੰਗਣ ਜਾਈ। ਤੂੰ ਤੇ ਰੱਬ ਹੈ ਨਾ, ਤੇਰੇ ਪੇਟ ਦੀ ਅੱਗ ਤੇ ਗ੍ਰਸਤੀਆਂ ਤੋਂ ਬਿਨਾਂ ਬੁਝਦੀ ਨਹੀਂ। ਹੁਣ ਇਹ ਗੱਲ ਅਜੋਕੇ ਡੇਰੇਦਾਰਾਂ ਤੇ ਨਹੀਂ ਲੱਗਦੀ, ਜਿਨ੍ਹਾਂ ਨੇ ਔਰਤ ਨੂੰ ਕਿਹਾ ਇਹ ਜੀ ਪੀਰੀਅਡ ਵਾਲੇ ਸਮੇਂ 'ਚ ਔਰਤ ਗੁਰਦੁਆਰੇ ਨਹੀਂ ਆ ਸਕਦੀ, ਪਾਠ ਨਹੀਂ ਕਰ। ਤੁਸੀਂ ਵੇਖਿਆ ਨਾ ਪਿੱਛੇ ਜੇ ਕਈ ਸਾਧਾਂ ਦਾ ਵੀ ਇਹ ਰੌਲਾ ਪਿਆ ਸੀ। ਅਜੇ ਤੱਕ ਵੀ ਸੰਪਰਦਾਇ ਡੇਰੇਦਾਰ ਜਿਹੜੇ ਆ ਇਹਨਾਂ ਗੱਲਾਂ ਨੂੰ ਕਹਿੰਦੇ ਆ, ਵੇਖੋ ਜੀ ਬੀਬੀ ਜਿਹੜੀ ਆ ਜਦੋਂ ਉਹਨੂੰ ਮੰਥਲੀ ਪੀਰੀਅਡ ਆਉਂਦੇ ਆ, ਇਹਨਾਂ ਦਿਨਾਂ 'ਚ ਗੁਰਦੁਆਰੇ ਨਹੀਂ ਆ ਸਕਦੀ, ਬਲਕਿ ਇਹ ਮੰਥਲੀ ਪੀਰੀਅਡ ਆਉਣਾ ਇਹ ਕੁਦਰਤੀ ਪ੍ਰਕਿਰਿਆ ਹੈ, ਇਹ ਕੋਈ ਅਸ਼ਲੀਲਤਾ ਥੋੜ੍ਹੀ ਹੈ।
ਹੁਣ ਜੇ ਜਿਹੜਾ ਸਾਧ ਬਾਬਾ ਜਾਂ ਕੋਈ ਜੋਗੀ ਇਹ ਗੱਲ ਕਹਿੰਦਾ, ਉਹਨੂੰ ਪੁੱਛੋ ਜੇ ਇਹ ਤੁਹਾਡੀ ਮਾਤਾ ਨੂੰ ਮੰਥਲੀ ਪੀੜ ਨਾ ਆਉਂਦੇ ਤੇ ਸ਼ਾਇਦ ਬਾਬਾ ਜੀ, ਜੋਗੀ ਜੀ, ਬ੍ਰਹਮ ਗਿਆਨੀ ਜੀ, ਤੁਹਾਡਾ ਜਨਮ ਦੁਨੀਆ ਤੇ ਨਾ ਹੁੰਦਾ। ਤੁਸੀਂ ਹੁਣ ਘਰਾਂ 'ਚ ਬੈਠੇ ਸੁਣਦੇ ਜੀ, ਪਰਿਵਾਰ 'ਚ ਕਿਸੇ ਦੀ ਬੇਟੀ ਨੂੰ ਇਹ ਮੰਥਲੀ ਪੀੜ ਨਾ ਆਉਂਦੇ ਹੁਣ, ਤੇ ਪਤਨੀ ਜਿਹੜੀ ਆਪਣੇ ਪਤੀ ਦੇ ਨਾਲ ਡਿਸਕਸ ਕਰਦੀ, ਉਹਨੂੰ ਪੁੱਛਦੀ ਹੈ, ਉਹ ਕਿਸੇ ਡਾਕਟਰ ਕੋਲ ਜਾ ਕੇ ਇਲਾਜ ਕਰਾਉਂਦੇ ਨੇ, ਤੇ ਕੁਦਰਤੀ ਪ੍ਰਕਿਰਿਆ ਹੈ, ਇਹ ਤਾਂ ਕੋਈ ਅਸ਼ਲੀਲਤਾ ਹੈ ਹੀ ਨਹੀਂ। ਇਹਨੂੰ ਅਸ਼ਲੀਲਤਾ ਬਣਾ ਕੇ ਇਹੋ ਵਜ੍ਹਾ ਸੀ, ਜੇ ਦੂਜੇ ਮਤਾਂ ਦੇ ਲੋਕ ਔਰਤ ਨਾਲ ਨਫ਼ਰਤ ਕਰਦੇ ਸੀ ਤੇ ਅੱਜ ਸਾਡੀ ਸਿੱਖੀ ਵਿਚਾਰਧਾਰਾ 'ਚ ਵੀ ਇਹ ਗੱਲ ਘਸੋੜ ਦਿੱਤੀ ਗਈ। ਇਹੋ ਵਜ੍ਹਾ ਹੈ। ਦਰਬਾਰ ਸਾਹਿਬ ਦੇ ਅੰਦਰ ਪੁਰਾਤਨ ਸਮੇਂ 'ਚ ਬੀਬੀਆਂ ਕੀਰਤਨ ਕਰਦੀਆਂ ਰਹੀਆਂ, ਅਜੋਕੇ ਸਮੇਂ 'ਚ ਇਹ ਬੰਦ ਕਿਉਂ ਕਰ ਦਿੱਤਾ ਗਿਆ? ਉਹਦੇ ਪਿੱਛੇ ਵਜ੍ਹਾ ਸੀ, ਪੁਜਾਰੀ ਬੜਾ ਚਲਾਕ ਸੀ, ਉਹਨੇ ਲਿਆ ਕੇ ਸਾਡੇ ਉਸ ਕੇਂਦਰੀ ਸਥਾਨ 'ਤੇ ਹਮਲਾ ਕਰਤਾ, ਜਿਹਨੂੰ ਅਸੀਂ ਮਾਣ ਨਾ ਕਹਿੰਦੇ ਵੀ ਸਾਡਾ ਕੇਂਦਰੀ ਸਥਾਨ ਹੈ। ਬਲਕਿ ਦਰਬਾਰ ਸਾਹਿਬ ਜੇ ਬਾਕੀ ਥਾਵਾਂ 'ਤੇ ਬੀਬੀਆਂ ਕੀਰਤਨ ਕਰ ਸਕਦੀਆਂ ਤੇ ਦਰਬਾਰ ਸਾਹਿਬ ਵੀ ਬੀਬੀਆਂ ਕੀਰਤਨ ਕਰ ਸਕਦੀਆਂ ਨੇ। ਬਲਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਜੀਵਨ ਕੌਰ ਜੀ ਦਰਬਾਰ ਸਾਹਿਬ ਦੇ ਅੰਦਰ ਕੀਰਤਨ ਕਰਦੇ ਰਹੇ ਹਨ। ਤੋ ਖੈਰ, ਮੇਰਾ ਵਿਸ਼ਾ ਇਹ ਨਹੀਂ ਵੀ ਮੈਂ ਇਸ ਬੰਨੇ ਤੁਰਾਂ, ਮੈਂ ਤਾਂ ਸਿਰਫ ਗੱਲ ਕਰ ਰਿਹਾ ਸੀ ਵੀ ਜਿਨ੍ਹਾਂ ਗ੍ਰਸਤੀਆਂ ਤੋਂ ਨਫ਼ਰਤ ਕਰਦੇ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਗੱਲ ਸਮਝਾਈ, ਕਹਿਣ ਲੱਗੇ ਭਲਿਓ ਉਹਨਾਂ ਤੋਂ ਬਿਨਾਂ ਤੁਹਾਡੇ ਪੇਟ ਦੀ ਅੱਗ ਨਹੀਂ ਬੁਝਦੀ। ਭਾਈ ਗੁਰਦਾਸ ਜੀ ਨੇ ਬਹੁਤ ਪਿਆਰੀਆਂ ਜਿਹੜੀਆਂ ਵਿਚਾਰਾਂ ਜਿਹੜੀਆਂ ਲਿਖੀਆਂ ਹਨ, ਤੇ ਵੇਖੀ ਅਜੋਕੇ ਸਮੇਂ 'ਚ ਵੀ ਇਹੋ ਕੁਝ ਹੋ ਰਿਹਾ। ਸ਼ਾਇਦ ਇਸੇ ਤਰਜ਼ ਤੇ ਅਜੋਕੇ ਬਾਬੇ ਵਿਆਹ ਨਹੀਂ ਕਰਾਉਂਦੇ ਵੀ ਉਹਨਾਂ ਨੂੰ ਔਰਤ ਤੋਂ ਨਫ਼ਰਤ ਹੈ। ਜੇ ਨਫ਼ਰਤ ਨਾ ਹੋਵੇ ਤੇ ਗ੍ਰਸਤੀ ਰਹਿ ਕੇ ਵੀ ਤਾਂ ਪ੍ਰਚਾਰ ਹੋ ਸਕਦਾ ਸੀ ਨਾ, ਡੇਰਾ ਪਾਉਣ ਦੀ ਕੀ ਲੋੜ ਪੈ ਗਈ? ਪਰਿਵਾਰਾਂ 'ਚ ਰਹਿ ਕੇ ਵੀ ਤਾਂ ਜ਼ਿੰਦਗੀ ਨਿਭਾਈ ਜਾ ਸਕਦੀ ਸੀ ਨਾ। ਜਦੋਂ ਅਸੀਂ ਬਾਕੀ ਵੇਖਦੇ ਹਾਂ, ਜੇ ਭਾਈ ਤਾਰੂ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ ਜਿਹੜੇ ਮਹਾਨ ਗੁਰੂ ਕੇ ਸਿੱਖ ਸੀ, ਉਹਨਾਂ ਦੇ ਪਰਿਵਾਰ ਨਹੀਂ ਸੀ, ਆਪਣੇ ਪਰਿਵਾਰ ਸੀ। ਤਾਂ ਖੈਰ, ਇਹ ਬੜੇ ਪੂਰੀ ਸਾਜ਼ਿਸ਼ ਦੇ ਅਧੀਨ ਐਸੀ ਗੱਲ ਦਿਮਾਗ 'ਚ ਪਾਈ ਜਾ ਰਹੀ ਹੈ ਵੀ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਤਿਆਗੀਆਂ ਨਾਲ ਜਿਹੜਾ ਉਹ ਪਿਆਰ ਕਰਦੇ ਤੇ ਗ੍ਰਸਤੀਆਂ ਵਾਲੀ ਵਿਚਾਰਧਾਰਾ ਤੋਂ ਦੂਰ ਸੀ। ਨਹੀਂ, ਗੁਰੂ ਨਾਨਕ ਸਾਹਿਬ ਜੀ ਨੇ ਇਸ ਵਿਚਾਰਧਾਰਾ ਨੂੰ ਬਹੁਤ ਪੁਰਜ਼ੋਰ ਸ਼ਬਦਾਂ ਵਿੱਚ ਪ੍ਰਚਾਰਿਆ। ਸਗੋਂ ਇਹ ਸ਼ਬਦ ਬਾਰ-ਬਾਰ ਦੁਹਰਾਏ ਗਏ ਉਹਨਾਂ ਭਗਤਾਂ ਦੀ ਬਾਣੀ 'ਚੋਂ ਪੜ੍ਹ ਕੇ ਵੇਖੋ ਤੁਸੀਂ ਵੀ ਗ੍ਰੇ ਤਜ ਬਨਖੰਡ ਜਾਈਏ ਚੁਣ ਖਾਈਏ ਕੰਦਾ, ਵੀ ਘਰ ਛੱਡ ਦਿੱਤਾ, ਬਾਹਰ ਜਾ ਕੇ ਕੰਧ ਮੂਲ ਖਾਣਾ ਸ਼ੁਰੂ ਕਰਤਾ, ਪਰ ਅਜੋ ਵਿਕਾਰ ਨਾ ਛੋੜਈ, ਮਨ ਤੇ ਅਜੇ ਵੀ ਵਿਕਾਰ ਭੋਗਣੋਂ ਨਹੀਂ ਹਟਿਆ। ਗ੍ਰੇ ਤਜ ਬਨਖੰਡ ਜਾਈਏ ਚੁਣ ਖਾਈਏ ਕੰਦਾ, ਅਜੋ ਵਿਕਾਰ ਨਾ ਛੋੜਈ ਪਾਪੀ ਮਨ ਮੰਦਾ। ਤੋ ਇੱਥੇ ਸ਼ਬਦ ਵਰਤਿਆ ਭੁਗਤ ਗਿਆਨ। ਹੇ ਜੋਗੀ ਲੋਕੋ, ਚੂਰਮਾ ਵੰਡਣਾ ਤੇ ਗਿਆਨ ਦਾ ਵੰਡੋ। ਗਿਆਨ ਦਾ ਚੂਰਮਾ ਹੋਵੇ ਤੇ ਦਇਆ ਭੰਡਾਰਨ, ਦਇਆ ਨੂੰ ਵਰਤਾਵੀ ਲਾ ਦਿਓ। ਦਇਆ ਮੀਨਿੰਗ ਪਿਆਰ। ਤੁਹਾਡੇ ਕੋਲ ਗਿਆਨ ਦਾ ਚੂਰਮਾ ਹੋਵੇ, ਹੁਣ ਬੰਦੇ ਦੀ ਜ਼ਿੰਦਗੀ 'ਚ ਗਿਆਨ ਆ ਜਾਏ ਤੇ ਨਾਲ ਹੋਵੇ ਪਿਆਰ, ਵਿਤਕਰੇ ਕਰੂਗਾ ਜੀ? 2 ਮਿੰਟ ਸੋਚ ਕੇ ਵੇਖਿਓ, ਕਤਲ ਹੋਣਗੇ? ਭਰਾ ਭਰਾ ਦਾ ਕਤਲ ਕਰੇਗਾ? ਕੋਈ ਦੋਸਤ ਨੂੰ ਠਿੱਬੀ ਲਾ ਕੇ ਉਹਦੇ ਕਾਰੋਬਾਰ ਨੂੰ ਹੜੱਪ ਕਰਨ ਦੀ ਕੋਸ਼ਿਸ਼ ਕਰੇਗਾ? ਕਿਸੇ ਦਾ ਨੁਕਸਾਨ ਕਦੀ ਨਹੀਂ ਕਰੇਗਾ, ਕਿਉਂਕਿ ਜਦੋਂ ਪਿਆਰ ਹੋਏਗਾ ਫਿਰ ਬੰਦਾ ਕਿਸੇ ਦਾ ਨੁਕਸਾਨ ਨਹੀਂ ਕਰਦਾ। ਮੋਹ ਵਿੱਚ ਬੰਦਾ ਇੱਕ ਦੂਜੇ ਨੂੰ ਸੁੱਟ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਭੁਗਤ ਗਿਆਨ ਦਇਆ ਭੰਡਾਰਨ। ਤੇ ਭਗਤ ਕਬੀਰ ਜੀ ਨੇ ਵੀ ਕਿੱਡੀਆਂ ਪਿਆਰੀਆਂ ਗੱਲਾਂ ਕਹੀਆਂ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਗਿਆਨ ਇੱਕ ਚਾਨਣ ਹੈ, ਰੌਸ਼ਨੀ ਹੈ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਗਿਆਨ ਦੀ ਰੌਸ਼ਨੀ 'ਚ ਕੀਤਾ ਹੋਇਆ ਕਰਮ ਹੀ ਧਰਮ ਬਣੇਗਾ, ਨਹੀਂ ਤੇ ਅਧਰਮ ਬਣ ਜਾਏਗਾ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ। ਹੁਣ ਗਿਆਨ ਮੀਨਿੰਗ ਸਮਝ ਹੋਏਗੀ ਤੇ ਫਰਜ਼ ਨਿਭਾਓਗੇ ਨਾ। ਹੁਣ ਸਕੂਲ ਦਾ ਜਿਹੜਾ ਟੀਚਰ ਹੈ ਉਹਨੂੰ ਗਿਆਨ ਹੁੰਦਾ, ਫਿਰ ਉਹ ਜਾ ਕੇ ਸਕੂਲ 'ਚ ਆਪਣੀ ਪੜ੍ਹਾਉਣ ਦਾ ਧਰਮ ਨਿਭਾਉਂਦਾ। ਫਿਰ ਉਹ ਤੋਂ ਬਾਅਦ ਉੱਥੇ ਪੜ੍ਹਾਉਣ ਤੋਂ ਬਾਅਦ ਕਹਿੰਦਾ ਹੁਣ ਮੇਰੇ ਕੋਲ 2 ਘੰਟੇ ਸਮਾਂ ਹੈਗਾ, ਸ਼ਾਮ ਨੂੰ ਮੈਂ ਟਿਊਸ਼ਨ ਵੀ ਪੜ੍ਹਾਵਾਂਗਾ। ਜੇ ਉਹਨੂੰ ਗਿਆਨ ਹੀ ਨਹੀਂ ਹੋਏਗਾ, ਜੇ ਉਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਹੋਏਗੀ ਤਾਂ ਧਰਮ ਕਿੱਥੋਂ ਨਿਭਾਏਗਾ? ਪਹਿਲਾਂ ਉਹਨੂੰ ਸਮਝਣਾ ਪਵੇਗਾ ਨਾ। ਸਮਝ ਗਿਆਨ ਹੈ, ਸਮਝਣ ਤੋਂ ਬਾਅਦ ਅੱਗੇ ਤੁਰਨਾ ਧਰਮ ਹੈ। ਹੁਣ ਮੰਨ ਲਓ ਇੱਕ ਬੰਦੇ ਨੂੰ ਸਮਝ ਆ ਗਈ ਹੈ, ਇੱਕ ਬੰਦੇ ਨੂੰ ਸਮਝ ਆ ਗਈ ਵੀ ਸੇਵਾ ਕਰਨੀ ਚਾਹੀਦੀ ਹੈ, ਇਹ ਸਮਝ ਹੈ। ਜਦੋਂ ਉਹਨੂੰ ਸਮਝ ਆਏਗੀ ਤੇ ਅੱਗੇ ਸੇਵਾ ਕਰੇਗਾ ਨਾ। ਹੁਣ ਤੁਸੀਂ ਵੇਖੋ, ਸਿੱਖਾਂ ਦੇ ਕੋਲੇ ਸੱਚ ਦੀ ਵਿਚਾਰਧਾਰਾ ਜਦੋਂ ਹੈਗੀ ਹੈ, ਕਿੰਨੇ ਸਾਡੀਆਂ ਸੰਸਥਾਵਾਂ, ਕਿੰਨੇ ਸਾਡੇ ਵੀਰ ਭਰਾ ਇਹਨਾਂ ਕੰਮਾਂ 'ਚ ਅੱਗੇ ਹੋ ਕੇ ਮੋਹਰੇ ਹੋ ਕੇ ਕੰਮ ਕਰ ਰਹੇ ਨੇ। ਉਹ ਕਿੱਥੋਂ ਕਰ ਰਹੇ ਨੇ? ਕਿਉਂਕਿ ਸਮਝ ਹੈ, ਗਿਆਨ ਹੈ, ਪਤਾ ਹੈ। ਗੁਰੂ ਸਾਹਿਬ ਨੇ ਕਿੰਨੇ ਪਿਆਰੇ ਵਿਚਾਰ ਇੱਥੇ ਬਖਸ਼ਿਸ਼ ਕੀਤੇ। ਕਹਿਣ ਲੱਗੇ ਆਪਣੀ ਜ਼ਿੰਦਗੀ 'ਚ ਭੁਗਤ ਗਿਆਨ ਦਾ ਚੂਰਮਾ ਲੈ ਕੇ ਆਓ। ਜੇ ਚੂਰਮੇ ਵੰਡਣਾ ਨਾ, ਅੱਛਾ ਇੱਕ ਗੱਲ ਦਾ ਖਿਆਲ ਹੋਰ ਰੱਖਿਓ, ਜਿਵੇਂ ਚੂਰਮਾ ਵੰਡਦੇ ਸੀ, ਵਿਤਕਰਾ ਕਰਦੇ ਸੀ, ਗ੍ਰਸਤੀਆਂ ਨੂੰ ਨਹੀਂ ਸੀ ਦਿੰਦੇ, ਆਪਣਿਆਂ ਨੂੰ ਦਿੰਦੇ ਸੀ। ਗਿਆਨ ਦਾ ਚੂਰਮਾ ਹੋਏਗਾ ਤੇ ਦਇਆ ਭੰਡਾਰਨ ਹੋਏਗੀ। ਜਦੋਂ ਦਇਆ ਮੀਨਿੰਗ ਪਿਆਰ 'ਚ ਵਿਤਕਰਾ ਥੋੜ੍ਹਾ ਕਰਦਾ ਬੰਦਾ। ਫਿਰ ਜਦੋਂ ਗਿਆਨ ਦਾ ਚੂਰਮਾ ਆ ਗਿਆ ਫਿਰ ਤੇ ਬਰਾਬਰ ਵੰਡੂ ਸਾਰਿਆਂ ਨੂੰ। ਫਿਰ ਤਾਂ ਕਿਸੇ ਨੂੰ ਉੱਚਾ ਨੀਵਾਂ ਥੋੜ੍ਹਾ ਸਮਝਣਾ ਵੀ ਇਹ ਨੀਵਾਂ ਹੈ, ਮੈਂ ਉੱਚਾ ਵਾਂ, ਇਹ ਛੋਟਾ, ਮੈਂ ਤੋਂ ਵੱਡਾ ਵਾਂ। ਫਿਰ ਤੇ ਗੱਲ ਸਮਝ ਆ ਜਾਊ ਵੀ ਗੱਲੀ ਜੋਗ ਨਾ ਹੋਈ। ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀ ਹੈ ਸੋਈ। ਫਿਰ ਗੱਲ ਆ ਜਾਊਗੀ ਵੀ ਸਾਰੇ ਅਸੀਂ ਬਰਾਬਰ ਹਾਂ, ਕੋਈ ਉੱਚਾ ਨੀਵਾਂ ਹੈ ਨਹੀਂ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹ ਝੂਠ ਤੈਂ ਪਾਪ। ਜਿੱਥੇ ਝੂਠ ਹੋਏਗਾ ਉੱਥੇ ਪਾਪ। ਝੂਠ ਮੀਨਿੰਗ ਕੀ ਹੈ? ਮਾੜੀ ਸੋਚ,
ਵਿਕਾਰਾਂ ਵਾਲੀ ਸੋਚ। ਜਦੋਂ ਜਿੱਥੇ ਝੂਠ ਹੋਏਗਾ ਉੱਥੇ ਪਾਪ ਹੋਣਗੇ ਅੰਦਰ। ਜਦੋਂ ਬੰਦਾ ਪੈਰ ਪੈਰ ਤੇ ਝੂਠ ਬੋਲੇਗਾ ਉਦੋਂ ਅੰਦਰ ਮਾੜੀ ਸੋਚ ਜਨਮ ਲਵੇਗੀ ਅਤੇ ਮਾੜੀ ਸੋਚ ਤੋਂ ਅੱਗੇ ਮਾੜੇ ਕਰਮ ਜਨਮ ਲੈਣਗੇ। ਜਹਾਂ ਝੂਠ ਤਹਿ ਪਾਪ, ਜਹ ਲੋਭ ਤਹਿ ਕਾਲ ਹੈ। ਜਿੱਥੇ ਲਾਲਚ ਹੋਏਗਾ ਉੱਥੇ ਕਾਲ ਹੋਏਗਾ। ਕਾਲ ਮੀਨਿੰਗ ਮੌਤ। ਲਾਲਚ ਹੀ ਬੰਦੇ ਨੂੰ ਅੰਦਰੋਂ ਮਾਰਦਾ ਹੈ। ਨਹੀਂ ਤੇ ਕਿੱਥੇ ਮਰਦਾ ਬੰਦਾ? ਮਰਦਾ ਜੀ। ਕਿੰਨੇ ਮਰੇ ਨੇ ਬੰਦੇ ਅੰਦਰੋਂ। ਕਿੰਨੇ ਬੰਦੇ ਇੱਕ ਦੂਜੇ ਉੱਤੇ, ਭਰਾਵਾਂ ਤੇ ਭਰਾ ਜਾਨ ਦਿੰਦੇ ਸੀ, ਇੱਕ ਦੂਜੇ ਤੋਂ ਨਫ਼ਰਤ ਕਰਨ ਲੱਗ ਪਏ। ਕਿਹੜੀ ਗੱਲੋਂ ਭਲਾ? ਕਿਉਂਕਿ ਲਾਲਚ ਨੇ ਭਰਾ ਦੇ ਕੋਲੋਂ ਭਰਾ ਨੂੰ ਦੂਰ ਕਰ ਦਿੱਤਾ, ਪਤਨੀ ਤੋਂ ਪਤਨੀ ਨੂੰ। ਪਰਿਵਾਰਾਂ ਦੇ ਪਰਿਵਾਰ ਟੁੱਟ ਕੇ ਬਿਖਰ ਗਏ। ਆਪਾਂ ਆਏ ਦਿਨ ਖਬਰਾਂ ਰੋਜ਼ ਪੜ੍ਹਦੇ ਹਾਂ, ਜਿੱਥੇ ਇੱਕ ਜਾਇਦਾਦ ਬਦਲੇ ਅਜੇ ਭਰਾ ਨੇ ਆਪਣਾ ਬਣਦਾ ਹੱਕ ਲੈਣਾ ਸੀ, ਆਪਣਾ ਬਣਦਾ ਹੱਕ ਵੀ ਨਹੀਂ ਲੈ ਸਕਿਆ। ਉਹ ਦੂਜੇ ਨੇ ਗੋਲੀ ਮਾਰ ਦਿੱਤੀ ਉਹਨੂੰ। ਆਪਾਂ ਰੋਜ਼ ਖਬਰਾਂ ਵਿੱਚ ਇੱਦਾਂ ਦੀਆਂ ਖਬਰਾਂ ਪੜ੍ਹਦੇ ਹਾਂ। ਕਿਸੇ ਥਾਂ 'ਤੇ ਵੀ ਇੱਦਾਂ ਦੀ ਘਟਨਾ ਵਾਪਰ ਸਕਦੀ, ਕਿਉਂਕਿ ਅੱਗ ਹੈ ਨਾ ਕਿਤੇ ਵੀ। ਇਸ ਅੱਗ ਨੇ ਸਮਾਜ ਨੂੰ ਸੜ ਕੇ ਸੁਆਹ ਕਰ ਦਿੱਤਾ। ਜੇ ਹੁਣ ਗਿਆਨ ਹੋਏਗਾ, ਜੇ ਮੰਨ ਲਓ ਗਿਆਨ ਹੋਏਗਾ, ਨਹੀਂ ਭਾਈ ਇਹ ਵੀ ਉਹਦਾ ਰੱਬ ਦਾ ਬੰਦਾ, ਮੈਂ ਵੀ ਰੱਬ ਦਾ ਬੰਦਾ, ਅਸੀਂ ਵਿਤਕਰੇ ਕਿਉਂ ਕਰਨੇ ਨੇ? ਫਿਰ ਧਰਮ ਨਿਭਾਏਗਾ ਨਾ। ਫਿਰ ਤੇ ਜੇ ਆਪਣੇ ਬੱਚਿਆਂ ਵਾਸਤੇ ਸੋਚਦੇ, ਜੇ ਭਰਾ ਦੇ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਦੇ ਬੱਚਿਆਂ ਬਾਰੇ ਵੀ ਸੋਚੇਗਾ ਨਾ। ਗਿਆਨ ਹੋਏਗਾ ਤਾਂ ਸੋਚੇਗਾ। ਜੇ ਝੂਠ ਹੋਏਗਾ ਤਾਂ ਫਿਰ ਅੰਦਰੋਂ ਮਾੜਾ ਸੋਚੇਗਾ। ਝੂਠ ਨੇ ਪਾਪ ਲੈ ਆਉਣਾ ਅੰਦਰ, ਅਤੇ ਲਾਲਚ ਨੇ ਅੰਦਰੋਂ ਮਾਰ ਦੇਣਾ। ਲਾਲਚ ਨੇ ਜਦੋਂ ਅੰਦਰੋਂ ਮਾਰਤਾ, ਤੂੰ ਭਾਵੇਂ 100 ਸਾਲ ਵੀ ਉਮਰ ਭੋਗ ਲਾ, ਤੂੰ ਤੇ ਅੰਦਰੋਂ ਮਰ ਚੁੱਕਾ ਹੈ। ਬਾਣੀ ਤਾਂ ਆਖਿਆ, ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ। ਭਗਤ ਕਬੀਰ ਜੀ ਕਹਿੰਦੇ, ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹ ਝੂਠ ਤਹ ਪਾਪ, ਜਹਾਂ ਲੋਭ ਤਹ ਕਾਲ ਹੈ। ਜਿੱਥੇ ਲਾਲਚ ਹੋਏਗਾ ਉੱਥੇ ਕਾਲ ਹੋਏਗੀ, ਮੌਤ ਅਵੱਛ ਹੈ ਉੱਥੇ। ਜਹਾਂ ਖਿਮਾ ਤੈ ਆਪ, ਖਿਮਾ ਦਾ ਅਰਥ ਹੈ ਸ਼ਾਂਤੀ, ਧੀਰਜ, ਸਹਿਜ। ਜਿੱਥੇ ਸਹਿਜ ਹੋਏਗਾ ਉੱਥੇ ਆਪ ਹੈ। ਹੁਣ ਸਹਿਜ ਲਾ ਲਓ ਕਿੱਥੇ ਹੈ, ਧੀਰਜ ਲਾ ਲਓ ਕਿੱਥੇ ਹੈ। ਐ ਬੰਦਾ ਦੂਜੇ ਨੂੰ ਗੱਲ ਕਹਿਣ ਦੀ ਤਾਕਤ ਰੱਖਦਾ, ਜਦੋਂ ਆਪਣੇ ਵੱਲ ਵਾਰ ਆਉਂਦਾ ਕਿੱਦਾਂ ਅੱਗ ਬੂੜਾ ਹੁੰਦਾ ਬੰਦਾ, ਕਿੱਦਾਂ ਕਲਪਦਾ ਹੈ। ਸਹਿਜ ਜ਼ਿੰਦਗੀ ਦੀ ਬੜੀ ਵੱਡੀ ਇੱਕ ਤਾਕਤ ਹੈ ਬੰਦੇ ਦੀ। ਸਹਿਜ ਇੱਕ ਢਾਲ ਹੈ ਜਿਹੜੀ ਤੁਹਾਨੂੰ ਬਚਾਉਂਦੀ ਹੈ। ਜ਼ੁਬਾਨ ਤਾਂ ਕੱਟ ਕੱਟ ਕੇ ਸੁੱਟੀ ਜਾਂਦੀ ਹੈ, ਢਾਲ ਨੇ ਤੁਹਾਨੂੰ ਬਚਾਉਣਾ। ਤੋ ਕਿੰਨੇ ਪਿਆਰੇ ਸ਼ਬਦ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਵਰਤੇ। ਕਹਿੰਦੇ ਭੁਗਤ ਗਿਆਨ, ਗਿਆਨ ਦਾ ਚੂਰਮਾ ਰੱਖ ਆਪਣੀ ਜ਼ਿੰਦਗੀ 'ਚ, ਅਤੇ ਦਇਆ ਭੰਡਾਰਨ। ਦਇਆ ਮੈਨੂੰ ਪਿਆਰ। ਹੁਣ ਦਇਆ ਵੀ ਬੰਦਾ ਵਰਤਦਾ ਹੈ। ਜਿਹੜੀ ਦਇਆ ਨਾ, ਤੁਸੀਂ ਕਈ ਬੰਦੇ ਵੇਖੇ ਹੋਣੇ ਨੇ, ਸਵੇਰੇ ਉੱਠ ਕੇ ਚਿੜੀਆਂ ਨੂੰ ਚੌਲ ਪਾਉਣਗੇ, ਬਾਹਰ ਜਾ ਕੇ ਆਟਾ ਪਾ ਕੇ ਗਊ ਨੂੰ ਪੇੜਾ ਦੇ ਕੇ ਆਉਣਗੇ। ਹੁਣ ਉਹਨਾਂ ਮੁਤਾਬਕ ਗਊ ਨੂੰ ਪੇੜਾ ਦੇਣਾ, ਚਿੜੀਆਂ ਨੂੰ ਚੌਲ ਪਾਉਣੇ, ਹੁਣ ਉਹ ਕਹਿੰਦੇ ਅਸੀਂ ਦਇਆ ਕਰ ਰਹੇ ਹਾਂ। ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਜਾਨਵਰਾਂ ਨੂੰ, ਇਹਨਾਂ ਨੂੰ ਆਪਾਂ ਨੂੰ ਸਾਂਭਣਾ ਨਹੀਂ ਚਾਹੀਦਾ। ਸਾਂਭੋ, ਸੇਵਾ ਸੰਭਾਲ ਕਰੋ, ਚੰਗੀ ਗੱਲ ਹੈ। ਪਰ ਕੀ ਇੰਨੀ ਕੁ ਦਇਆ ਹੀ ਹੈ? ਹੋ ਸਕਦਾ ਜਿਹੜਾ ਬੰਦਾ ਅੱਜ ਇੱਥੇ ਚੌਲ ਪਾ ਰਿਹਾ, ਕਿੱਥੋਂ ਕਿੰਨਾ ਲੁੱਟ ਕੇ ਲੈ ਕੇ ਆਇਆ, ਉੱਥੇ ਦਇਆ ਕਿਉਂ ਨਾ ਵਰਤੀ? ਜਿਹੜੀ ਜਤ ਸਤ ਚਾਵਲ ਦਇਆ ਕਣ ਕਰ, ਪ੍ਰਾਪਤ ਪਾਤੀ ਧਾਨ। ਦਇਆ ਦੀ ਤਾਂ ਬੜੀ ਵੱਡੀ ਗੱਲ ਬਾਣੀ 'ਚ ਕਹੀ ਹੈ। ਅੱਜ ਦਇਆ ਹੈਗੀ ਹੈ। ਜਦੋਂ ਆਪਣੀ ਬੇਟੇ ਦਾ ਆਨੰਦ ਕਾਰਜ ਕਰ ਰਿਹਾ ਸੀ, ਦਇਆ ਤਾਂ ਉੱਥੇ ਕਰਨੀ ਚਾਹੀਦੀ ਸੀ ਤੈਨੂੰ। ਜਦੋਂ ਤੇਰੇ ਪੁੱਤਰ ਦੇ ਆਨੰਦ ਕਾਰਜ ਕਰਕੇ ਲੜਕੀ ਦੇ ਬਾਪ 'ਚ ਅੱਖਾਂ 'ਚ ਅੱਥਰੂ ਆਏ, ਉਹਦੇ ਹੱਥ ਚੜਾਏ ਤੂੰ ਵੀ ਇੰਨਾ ਸਮਾਨ ਦਿਓਗੇ ਤੇ ਪੁੱਤ ਵਿਆਹ ਕੇ ਜਾਣਾ। ਅੱਜ ਤੇਰੇ ਗਊਆਂ ਨੂੰ ਪੇੜੇ ਚਾਰਨ ਦਾ ਕੀ ਅਰਥ ਰਹਿ ਗਿਆ? ਅੱਜ ਤੇਰਾ ਕੀੜੀਆਂ ਨੂੰ ਚੌਲ ਪਾਉਣ ਦਾ, ਚਿੜੀਆਂ ਦੇ ਪਿੱਛੇ ਇੱਦਾਂ ਬਾਟੇ ਪਾਣੀ ਦੇ ਲੈ ਕੇ, ਕੁੱਤਿਆਂ ਮਗਰ ਦੁੱਧ ਬ੍ਰੈਡ ਲੈ ਕੇ ਜਾਣ ਦਾ ਤੇਰਾ ਅਰਥ ਕੀ ਰਹਿ ਗਿਆ? ਇਹਦਾ ਮਤਲਬ ਤੂੰ ਦਇਆ ਕਿਹੜੀ ਵਰਤ ਰਿਹਾ? ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਦਇਆ ਆ ਜੇ ਜ਼ਿੰਦਗੀ 'ਚ, ਭੁਗਤ ਗਿਆਨ ਜੋਗੀ ਲੋਕੋ, ਗਿਆਨ ਦਾ ਚੂਰਮਾ ਰੱਖੋ ਅਤੇ ਦਇਆ ਭਾਵ ਪਿਆਰ ਨੂੰ ਵਰਤਾਵੀ ਰੱਖੋ। ਦਇਆ ਭੰਡਾਰਨ ਅਤੇ ਘੱਟ ਘੱਟ ਵਾਜੈ ਨਾਦ। ਹਰ ਹਿਰਦੇ 'ਚ ਉਹਦੀ ਰੌਂ ਚੱਲ ਰਹੀ ਹੈ, ਹਰ ਹਿਰਦੇ 'ਚ ਉਹ ਆਪ ਬੈਠਾ ਹੈ। ਉਹਨੂੰ ਮਹਿਸੂਸ ਕਰੋ। ਇਹ ਉਹ ਨਾਦ ਹੋਵੇ, ਉਹ ਸਿੰਘੀ ਨਾਦ ਹੋਵੇ ਜਿਹੜਾ ਤੁਸੀਂ ਚੂਰਮਾ ਖਾਣ ਵੇਲੇ ਵਜਾਉਂਦੇ ਹੋ। ਆਪਾਂ ਪੜ੍ਹਦੇ ਹਾਂ ਨਾ, ਖਿੰਥਾ ਕਾਲ, ਜਦੋਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਜੋਗ ਨਾ ਖਿੰਥਾ, ਜੋਗ ਨਾ ਡੰਡੈ, ਜੋਗ ਨਾ ਭਸਮ ਚੜ੍ਹਾਈਏ, ਜੋਗ ਨਾ ਮੁੰਦੀ ਮੁੰਡ ਮੁੰਡਾਏ, ਜੋਗ ਨਾ ਸਿੰਘੀ ਵਾਈਏ। ਉਹ ਹਿਰਨ ਦਾ ਸਿੰਘ ਲੈ ਕੇ ਸਿੰਘੀ ਨਾਦ ਵਜਾਉਂਦੇ ਸੀ। ਕਹਿੰਦੇ ਘੱਟ ਘੱਟ ਵਾਜੇ ਨਾਦ, ਹਰ ਹਿਰਦੇ 'ਚ ਬੈਠਾ ਮਹਿਸੂਸ ਕਰੇ ਵੀ ਹਰ ਇੱਕ 'ਚ ਉਹ ਬੈਠਾ ਹੈ। ਇਹ ਤੁਹਾਡੇ ਵਾਸਤੇ ਉਹ ਨਾਦ ਹੋਵੇ। ਆਪ ਨਾਥ। ਆਓ ਥਾਂ ਥਾਂ 'ਤੇ ਨਾ, ਕਦੀ ਤੁਸੀਂ ਕਿਸੇ ਨੂੰ ਨਾਥ ਬਣਾਉਂਦੇ ਜੇ, ਕਦੀ ਕਿਸੇ ਨੂੰ ਨਾਥ ਬਣਾਉਂਦੇ ਜੇ। ਉਹ ਨਾਥ ਹੋ ਸਕਦਾ ਕਲੰਕ ਵਾਲਾ ਵੀ ਹੋ ਜਾਵੇ, ਹੋ ਸਕਦਾ ਉਹ ਨਾਥ ਦੁਨੀਆ ਤੋਂ ਚਲਾ ਵੀ ਜਾਵੇ, ਤੇ ਚਲੇ ਵੀ ਜਾਣਾ, ਕਿਉਂਕਿ ਜੋ ਉਪਜੋ ਸੋ ਬਿਨਸ ਹੈ। ਆਓ ਉਸ ਨਾਥ ਨਾਲ ਜੁੜੀਏ ਜਿਹੜਾ ਨਾਥ ਸਦਾ ਰਹਿਣ ਵਾਲਾ, ਜਿਹੜਾ ਆਦ ਅਨੀਲ ਅਨਾਦ ਅਨਾਹਤ ਤੇ ਜੁਗ ਜੁਗ ਇੱਕੋ ਵੇਸ। ਆਓ ਉਸ ਨਾਥ ਨਾਲ ਜੁੜੀਏ। ਆਪ ਨਾਥ ਤੇ ਨਾਥੀ ਸਭ ਜਾਂ ਕੀ, ਜਿਹਦੇ ਨਾਲ ਸਾਰੀ ਕਾਇਨਾਤ ਨੱਥੀ ਪਈ ਹੈ, ਸੀਤੀ ਪਈ ਹੈ, ਇੱਕ ਮਿਕ ਹੋਈ ਪਈ ਹੈ।
ਸਾਰੀ ਕਾਇਨਾਤ ਉਸ ਨਾਥ ਨਾਲ ਨੱਥੀ ਪਈ ਹੈ, ਕਿਉਂਕਿ ਕਾਇਨਾਤ ਨਾਥ ਤੋਂ ਬਿਨਾਂ ਨਹੀਂ ਅਤੇ ਨਾਥ ਤੋਂ ਬਿਨਾਂ ਕਾਇਨਾਤ ਨਹੀਂ ਹੈ, ਕਿਉਂਕਿ ਖਲਕਤ ਵਿੱਚ ਖਾਲਕ ਵਸਦਾ ਹੈ, ਆਪਸ ਵਿੱਚ ਅਭੇਦ ਨੇ ਇੱਕ ਦੂਜੇ ਦੇ ਨਾਲ। ਤਾਂ ਆਖਿਆ ਸੀ ਇੱਕ ਓਅੰਕਾਰ ਇੱਕ ਹੈ, ਉਹ ਸਰਬ ਵਿਆਪਕ ਹੈ, ਮੈਂ ਵੀ ਉਹਦਾ ਇੱਕ ਹਿੱਸਾ ਹਾਂ। ਇਹ ਨਹੀਂ ਆਖਿਆ ਰੱਬ ਦੋ ਨੇ, ਕਹਿੰਦੇ ਇੱਕੋ ਹੀ ਹੈ, ਉਹ ਸਰਬ ਵਿਆਪਕ ਹੈ। ਬਸ ਆਪਣੇ ਆਪ ਨੂੰ ਸਵਾਰਨਾ ਹੀ ਉਹਨੂੰ ਪਾਉਣਾ ਹੈ, ਆਪਣੇ ਆਪ ਨੂੰ ਬਦਲਣਾ ਹੀ ਉਹਦੇ ਨਾਲ ਜੁੜਨਾ ਹੈ। ਬਸ ਇਹੋ ਗੱਲ ਗੁਰੂ ਸਾਹਿਬ ਨੇ ਬਾਣੀ 'ਚ ਕਹੀ ਹੈ। ਉਲਝਣ ਵਾਲਾ ਤਾਂ ਕੰਮ ਹੈ ਹੀ ਨਹੀਂ ਸੀ, ਸਗੋਂ ਉਲਝਣਾਂ ਤੇ ਕੱਢੀਆਂ ਨੇ। ਜਿਹੜੀਆਂ ਉਲਝਣਾਂ ਗੁਰੂ ਨਾਨਕ ਸਾਹਿਬ ਜੀ ਨੇ ਭਗਤਾਂ ਸਾਹਿਬਾਨਾਂ ਨੇ ਕੱਢੀਆਂ, ਅੱਜ ਉਹ ਉਲਝਣਾਂ ਸਾਡੇ ਵਿੱਚ ਦੁਬਾਰਾ ਤੋਂ ਪਾਈਆਂ ਜਾ ਰਹੀਆਂ ਨੇ। ਸੁਧਾਰਾ ਦੱਸਤਾ ਗੁਰੂ ਸਾਹਿਬ ਜੀ ਨੇ, ਕਹਿੰਦੇ ਆਪ ਨਾਥ ਨਾਥੀ ਸਭ ਜਾਂ ਕੀ। ਆਪ ਨਾਥ ਹੈ, ਸਾਰੀ ਕਾਇਨਾਤ ਸ੍ਰਿਸ਼ਟੀ ਉਹਦੇ ਨਾਲ ਨੱਥੀ ਹੋਈ ਨੇ। ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਆ ਜਿਹੜੀਆਂ ਤੁਸੀਂ ਇਹ ਜੋਗ ਮਤ ਵਿੱਚੋਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਨਾ ਫਿਰਦੇ ਹੋ ਨਾ, ਵੀ ਕਰਾਮਾਤ ਆ ਗਈ। ਤੁਸੀਂ ਵੇਖੋ ਜੋਗੀ ਇੱਦਾਂ ਦੀਆਂ ਕਰਾਮਾਤਾਂ ਆਮ ਵਿਖਾਉਂਦੇ ਹੁੰਦੇ ਸੀ, ਜੋਗੀਆਂ ਦੇ ਕੋਲ ਲੋਕ ਆਮ ਹੀ ਤੁਰੇ ਫਿਰਦੇ ਸੀ, ਖੜਾਵਾਂ ਡਾ ਦੇਣੀਆਂ, ਇੱਦਾਂ ਕਹਿਣਾ ਜੀ ਜੋਗੀ ਨੇ ਦਰਖਤ ਜੜ੍ਹਾਂ ਸਮੇਤ ਤਾਂ ਪੁੱਟ ਦਿੱਤਾ। ਇੱਦਾਂ ਦੀਆਂ ਕਹਾਣੀਆਂ ਜੋਗੀਆਂ ਨਾਲ ਬਹੁਤ ਜੁੜੀਆਂ ਹੋਈਆਂ ਨੇ। ਕਹਿੰਦੇ ਇਹਨਾਂ ਕਰਾਮਾਤਾਂ 'ਚੋਂ ਆਪਾਂ ਕੀ ਲੈਣਾ, ਇਹ ਕਰਾਮਾਤਾਂ ਤੇ ਅਵਰਾ ਸਾਧ ਹੈ। ਆਹ ਤੁਹਾਨੂੰ ਦੱਸੀਏ, ਆਹ ਸਭ ਤੋਂ ਵੱਡੀ ਕਰਾਮਾਤ ਹੈ। ਗਿਆਨ ਦਾ ਚੂਰਮਾ ਹੋਵੇ, ਦਇਆ ਭੰਡਾਰਨ ਹੋਵੇ, ਹਰ ਹਿਰਦੇ ਤੁਹਾਨੂੰ ਬੈਠਾ ਮਾਲਕ ਦਿਸ ਪਵੇ, ਪਤਾ ਲੱਗ ਜੇ ਨਾਥ ਆਪ ਹੈ, ਸਾਰੀ ਕਾਇਨਾਤ ਉਹਦੇ ਨਾਲ ਨੱਥੀ ਪਈ ਹੈ। ਜਦੋਂ ਦੁਨੀਆ ਨਾਲ ਸਹੀ ਤੁਹਾਡਾ ਬੋਲ ਚਾਲ ਹੋਏਗਾ, ਸਹੀ ਤੁਹਾਡਾ ਦੁਨੀਆ ਨਾਲ ਵਿਹਾਰ ਹੋਏਗਾ, ਇਹ ਸਭ ਤੋਂ ਵੱਡੀ ਕਰਾਮਾਤ ਹੋਏਗੀ। ਅਤੇ ਕਰਾਮਾਤ ਗੁਰੂ ਨਾਨਕ ਸਾਹਿਬ ਨੇ ਕਰਕੇ ਵਿਖਾਈ। ਜਿਹੜਾ ਭਰਾ ਨਾਲ ਠੱਗੀ ਮਾਰਦਾ ਸੀ, ਉਹ ਜਾਨਵਾਰ ਲੱਗ ਪਿਆ। ਜਿਹੜੇ ਹੱਥ ਕਦੀ ਬੇਈਮਾਨੀਆਂ ਕਰਦੇ ਸੀ, ਉਹ ਪਰਉਪਕਾਰ ਕਰਨ ਲੱਗ ਪਏ। ਇਸ ਤੋਂ ਵੱਡੀ ਕਰਾਮਾਤ ਕਿਹੜੀ? ਜਿਹੜੇ ਕਦੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਕਰਾਮਾਤ ਨਹੀਂ ਹੈਗੀ ਹੈ। ਕਰਾਮਾਤ ਇਹ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਮ ਦਰਿੰਦਿਆਂ ਤੋਂ, ਪਾਪੀਆਂ ਤੋਂ ਦੇਵਤੇ ਬਣਾ ਕੇ ਰੱਖਦਾ। ਬਲਿਹਾਰੀ ਗੁਰੇ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਨਾਨਕ ਸਾ ਕਰਾਮਾਤ ਹੈ, ਸਹਿਬਤ ਉੱਠੇ ਜੋ ਮਿਲੇ। ਆਹ ਕਰਾਮਾਤ ਹੈ। ਪਰ ਅਸੀਂ ਕਿਹੜੀਆਂ ਕਰਾਮਾਤਾਂ 'ਚ ਰੁੱਝ ਗਏ। ਅੱਜ ਵੀ ਤੁਸੀਂ ਵੇਖੋ ਨਾ, ਕੋਈ ਬਾਬਾ ਫਲਾਣੇ ਥਾਂ 'ਤੇ ਕਰਾਮਾਤਾਂ ਵਿਖਾ ਰਿਹਾ, ਕੋਈ ਫਲਾਣੇ ਥਾਂ 'ਤੇ ਕਾਲੇ ਇਲਮ ਵਾਲਾ ਹੈ, ਲੋਕ ਉੱਥੇ ਤੁਰੇ ਫਿਰਦੇ, ਭੱਜੇ ਫਿਰਦੇ ਨੇ। ਰਿੱਧ ਸਿੱਧ ਅਵਰਾ ਸਾਧ, ਆ ਜਿਹੜੀਆਂ ਤੁਸੀਂ ਰਿੱਧੀਆਂ ਸਿੱਧੀਆਂ ਦੱਸਦੇ ਫਿਰਦੇ ਹੋ ਨਾ, ਇਹ ਅਵਰਾ ਸਾਧ ਹੈ, ਇਹ ਪਾਸੇ ਖਾਣ ਵਾਲੀਆਂ ਨੇ, ਇਹਦੇ ਨਾਲ ਫਾਇਦਾ ਕੁਝ ਨਹੀਂ। ਤੋ ਅਸਲੀ ਕਰਾਮਾਤ ਕਿਹੜੀ ਹੈ ਕਿ ਇਨਸਾਨ ਜਿਹੜਾ ਵਿਗੜਿਆ ਪਿਆ ਸੀ, ਜਿਹੜੇ ਇਹਦੇ ਅੰਦਰ ਕਈ ਤਰ੍ਹਾਂ ਦੇ ਪਸ਼ੂ ਬੈਠੇ ਹੋਏ ਸੀ, ਉਹ ਪਸ਼ੂ ਸਾਰੇ ਸਰੋਤੇ ਬਣ ਗਏ ਅਤੇ ਬੰਦਾ ਵਧੀਆ ਇਨਸਾਨ ਬਣ ਕੇ ਜ਼ਿੰਦਗੀ ਜਿਉਣ ਲੱਗ ਪਿਆ। ਜਿਹੜਾ ਕਦੀ ਆਪਣੇ ਸਵਾਰਥ ਵਾਸਤੇ ਜ਼ਿੰਦਗੀ ਜਿਉਂਦਾ ਸੀ, ਆਪਣਾ ਨੁਕਸਾਨ ਕਰਕੇ ਵੀ ਦੂਜਿਆਂ ਵਾਸਤੇ ਜ਼ਿੰਦਗੀ ਜਿਉਣ ਲੱਗ ਪਿਆ। ਇਹ ਕਰਾਮਾਤ ਨਹੀਂ ਹੈ। ਜਿਸ ਮਾਂ ਬਾਪ ਨੇ ਜਨਮ ਦਿੱਤਾ, ਲੋਕ ਉਹਨੂੰ ਨਹੀਂ ਸੀ ਰੋਟੀ ਦਿੰਦੇ, ਇਹੋ ਜਿਹੀ ਕਰਾਮਾਤ ਵਾਪਰੀ, ਬੰਦਾ ਦੂਜਿਆਂ ਦੀ ਸੇਵਾ ਕਰਨ ਲੱਗ ਪਿਆ। ਮਾਂ ਬਾਪ ਦੀ ਸੇਵਾ ਕਰਨੀ ਸੀ, ਉਹਨਾਂ ਬਜ਼ੁਰਗਾਂ ਦੇ ਮੂੰਹ 'ਚ ਵੀ ਅਨਾਜ ਪਾਉਣ ਲੱਗ ਪਿਆ ਜਿਨ੍ਹਾਂ ਨਾਲ ਉਹਦਾ ਬਲੱਡ ਰਿਲੇਸ਼ਨ ਨਹੀਂ ਸੀ, ਜਿਨ੍ਹਾਂ ਨਾਲ ਉਹਨਾਂ ਦਾ ਖੂਨ ਦਾ ਰਿਸ਼ਤਾ ਨਹੀਂ ਸੀ। ਇਹ ਕਰਾਮਾਤ ਸੀ। ਕਿੰਨੇ ਕਿਰਸਾਨ ਹੋਰ ਵੀ ਹੋਣਗੇ। ਭਾਈ ਤਾਰੂ ਸਿੰਘ ਦਾ ਇਤਿਹਾਸ 'ਚ ਕਿਉਂ ਨਾ ਹੈ, ਖੇਤਾਂ 'ਚ ਹਲ ਵਾਹੁਣ ਵਾਲਾ, ਉਹ ਕਰਾਮਾਤ ਨਹੀਂ ਸੀ। ਘਰ 'ਚ ਵਿਧਵਾ ਭੈਣ ਬੈਠੀ ਹੋਵੇ, ਘਰ 'ਚ ਮਾਤਾ ਬੈਠੀ ਹੋਵੇ, ਅਤੇ ਸਾਰੀ ਦਿਹਾੜੀ ਵਾਣ ਵੱਢਦੇ ਹੋਣ, ਉਹਦੇ ਵਿੱਚੋਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਖੇਤਾਂ 'ਚ ਕੰਮ ਕਰਕੇ ਜਿਹੜੀ ਜੋ ਉੱਥੋਂ ਕਮਾਈ ਕਰਨੀ, ਜਿੰਨੀ ਕੁ ਆਪਾਂ ਨੂੰ ਲੋੜ ਸੀ, ਬਾਕੀ ਗੁਰੂ ਕੇ ਪਿਆਰੇ ਸਿੱਖਾਂ ਦੀ ਸੇਵਾ ਕਰਨੀ, ਇਹ ਕਰਾਮਾਤ ਨਹੀਂ ਸੀ। ਗ੍ਰਸਤੀ ਸੀ ਨਾ ਭਾਈ ਤਾਰੂ ਸਿੰਘ, ਪਰਿਵਾਰ ਸੀ, 25 ਸਾਲ ਦੀ ਉਮਰ ਸੀ ਭਾਈ ਤਾਰੂ ਸਿੰਘ ਦੀ। ਆਪਾਂ ਕਿੰਨੀਆਂ ਇਤਿਹਾਸ ਵਿੱਚ ਇੱਦਾਂ ਦੀਆਂ ਘਟਨਾਵਾਂ ਪੜ੍ਹਦੇ ਹਾਂ। ਭਾਈ ਮੰਝ ਦੀ ਗੱਲ ਕਰ ਲਓ ਤੁਸੀਂ, ਜਿਹੜੇ ਕਦੀ ਕਬਰਾਂ ਦੀ ਪੂਜਾ ਕਰਨ ਵਾਲੇ ਸਨ, ਜਿਹਨਾਂ ਨੂੰ ਸਮਝ ਆ ਗਈ ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ, ਇਹ ਕਰਾਮਾਤ ਨਹੀਂ ਸੀ। ਜਿਹੜੇ ਕਦੀ ਬੁੱਤ ਅੱਗੇ ਸਿਰ ਝੁਕਾਉਂਦੇ ਹੋਣ, ਉਹਨਾਂ ਨੂੰ ਸਮਝ ਆ ਗਈ ਵੀ ਨਹੀਂ ਭਾਈ, ਮੈਂ ਸੱਚ ਨਾਲ ਜੁੜਨਾ, ਮੈਂ ਹਰ ਇੱਕ ਵਿੱਚ ਬੈਠੇ ਮਾਲਕ ਦੇ ਨਾਲ ਆਪਣੀ ਸਾਂਝ ਪਾਉਣੀ ਹੈ। ਆਹ ਕਰਾਮਾਤ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਵਾਪਰੀ। ਉਹ ਕਰਾਮਾਤ ਅੱਜ ਵੀ ਵਾਪਰ ਰਹੀ ਹੈ। ਅੱਜ ਵੀ ਬੜੇ ਨੇ ਜਿਹੜੇ ਗੁਰਬਾਣੀ ਸਮਝ ਕੇ ਆਪਣੀ ਜ਼ਿੰਦਗੀ ਨੂੰ ਬਦਲ ਰਹੇ ਨੇ, ਆਪਣੀ ਜ਼ਿੰਦਗੀ ਨੂੰ ਚੇਂਜ ਕਰ ਰਹੇ ਨੇ। ਉਹ ਪਾਤਸ਼ਾਹ ਇੱਥੇ ਕਹਿੰਦੇ ਨੇ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਆੜੀਆਂ ਰਿੱਧੀਆਂ ਸਿੱਧੀਆਂ ਤੁਸੀਂ ਲੈਂਦੇ ਫਿਰਦੇ ਹੋ ਨਾ, ਇਹ ਤਾਂ ਅਵਰਾ ਸਾਧ ਹੈ। ਇਹ ਤਾਂ ਜ਼ਿੰਦਗੀ ਨੂੰ ਬੇਸਵਾਦਾ ਕਰਨ ਵਾਲੀਆਂ, ਜ਼ਿੰਦਗੀ ਨੂੰ ਸਵਾਦਲਾ ਬਣਾਉਣਾ ਅਤੇ ਭੁਗਤ ਗਿਆਨ ਦਾ ਚੂਰਮਾ ਲਾਇਓ, ਦਇਆ ਭੰਡਾਰਨ ਹੋਵੇ, ਅਤੇ ਇਹ ਗਿਆਨ ਦਾ ਚੂਰਮਾ ਵੰਡਣ ਲੱਗਿਆ ਫਿਰ ਵਿਤਕਰਾ ਕੋਈ ਨਾ ਹੋਵੇ। ਰਹਿ ਸਾਰਿਆਂ ਨੂੰ ਗੱਲ ਵਕੜੀ 'ਚ ਲੈਣਾ, ਵਧੀਆ ਜਮਾਤ। ਤਾਂ ਹੀ ਸਾਨੂੰ ਸੰਗਤ ਕਰਨ ਲਈ ਆਖਿਆ ਸੀ ਮੇਰੇ ਮਾਧੋ ਜੀ, ਸਤ ਸੰਗਤ ਮਿਲਿਆ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਪਾਤਸ਼ਾਹ ਇੱਥੇ ਕਹਿੰਦੇ ਨੇ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ। ਸੰਜੋਗ ਅਤੇ ਵਿਜੋਗ ਦੋਏ ਕਾਰ ਚਲਾਵੇਂ। ਸੰਜੋਗ ਕੀ ਹੁੰਦਾ? ਮਿਲਣਾ, ਮਿਲਾਪ ਨੂੰ ਸੰਜੋਗ ਕਹਿੰਦੇ ਨੇ, ਵਿਜੋਗ ਹੁੰਦਾ ਵਿਛੜਨਾ। ਕਹਿੰਦੇ ਸੰਜੋਗ ਅਤੇ ਵਿਜੋਗ ਇਹ ਦੋਵੇਂ
ਇਹ ਸੰਸਾਰ ਦੀ ਕਾਰ ਚਲਾ ਰਹੇ ਨੇ। ਹੁਣ ਇਸ ਗੱਲ ਨੂੰ ਧਿਆਨ ਨਾਲ ਸਮਝਿਓ। ਜਦੋਂ ਕੋਈ ਕਿਸੇ ਨੂੰ ਮਿਲਦਾ, ਇੱਧਰ ਸੰਜੋਗ ਹੋ ਗਿਆ, ਇੱਧਰ ਮਿਲ ਪਿਆ, ਕਿਸੇ ਬੰਨਿਓ ਵਿਛੜ ਗਿਆ, ਉੱਧਰ ਵਿਜੋਗ ਹੋ ਗਿਆ। ਸੌਖਾ ਸਮਝੀਏ ਆਪਾਂ ਤਾਂ ਗੱਲ ਸਮਝ ਵਿੱਚ ਪੈ ਜਾਏ। ਮੰਨ ਲਓ ਹੁਣ ਕਿਸੇ ਦਾ ਪੁੱਤਰ ਪ੍ਰਦੇਸ਼ ਤੋਂ ਘਰ ਆ ਰਿਹਾ, ਪ੍ਰਦੇਸ਼ ਤੋਂ ਘਰ ਆ ਰਿਹਾ, ਘਰ ਵਿਜੋਗ ਹੋ ਰਿਹਾ, ਕੋਈ ਘਰ ਮਿਲ ਰਿਹਾ, ਜਿਨ੍ਹਾਂ 'ਚੋਂ ਆ ਰਿਹਾ ਉਹਨਾਂ ਦੇ ਭਾਅ ਦਾ ਤਾਂ ਵਿਛੋੜਾ ਪੈ ਗਿਆ ਨਾ। ਭਾਵੇਂ ਉੱਥੇ ਪਤਨੀ ਹੋ ਸਕਦਾ, ਪਤਨੀ ਉੱਥੇ ਬੈਠੀ ਹੋਵੇ, ਬੱਚੇ ਉਹਦੇ ਉੱਥੇ ਹੋਣ, ਦੋਸਤ ਮਿੱਤਰ ਉੱਥੇ ਹੋਣ, ਉਹਨਾਂ ਨਾਲੋਂ ਵਿਛੋੜਾ ਪੈ ਗਿਆ ਅਤੇ ਪਰਿਵਾਰ ਨਾਲ ਮਿਲ ਪਿਆ। ਜਦੋਂ ਇੱਧਰੋਂ ਜਾਏਗਾ ਫਿਰ ਇੱਧਰੋਂ ਵਿਛੋੜਾ ਪੈ ਜਾਣਾ ਅਤੇ ਉੱਧਰ ਵਿਜੋਗ ਹੋ ਜਾਣਾ, ਉੱਧਰ ਉਹਦਾ ਮਿਲਾਪ ਹੋ ਜਾਣਾ। ਹੁਣ ਇਹ ਸੰਜੋਗ ਅਤੇ ਵਿਜੋਗ ਦੋਵੇਂ ਕਾਰ ਚਲਾਵੇਂ ਕਿੱਦਾਂ? ਵੇਖੋ ਜੋਗੀ ਲੋਕੋ, ਇੱਕ ਬੰਨੇ ਹੈ ਗਿਆਨ ਦਾ ਚੂਰਮਾ, ਇੱਕ ਬੰਨੇ ਹੈ ਦਇਆ ਭੰਡਾਰਨ, ਦੂਜੇ ਬੰਨੇ ਹੈ ਵਿਤਕਰਿਆਂ ਵਾਲਾ ਜੀਵਨ। ਹੁਣ ਜੇ ਤੁਸੀਂ ਸੱਚ ਵਾਲੇ ਬੰਨੇ ਜੁੜੋਗੇ, ਇੱਧਰ ਵਿਜੋਗ ਹੋ ਜੂ, ਅਤੇ ਝੂਠ ਵਾਲੇ ਬੰਨੇ ਤੁਹਾਡਾ ਵਿਛੋੜਾ ਪੈ ਜੂ। ਕੰਮ ਤਾਂ ਇੱਕ ਹੀ ਹੋਣਾ ਹੈ ਨਾ। ਹੁਣ ਇੱਕ ਬੰਦਾ ਬੁਰੇ ਕੰਮ ਕਰਦਾ, ਸੌਖਾ ਹੋਰ ਸਮਝ ਲਓ। ਇੱਕ ਬੰਦਾ ਆਪਣੇ ਦੋਸਤਾਂ ਮਿੱਤਰਾਂ 'ਚ ਬੈਠ ਕੇ ਜੂਆ ਖੇਡਦਾ, ਸ਼ਰਾਬਾਂ ਪੀਂਦਾ, ਨਸ਼ੇ ਕੰਮ ਕਰਦਾ, ਪੁੱਠੇ ਕੰਮ ਕਰਦਾ, ਹਰ ਐਬ ਉਹਨੂੰ। ਹੁਣ ਉੱਧਰ ਉਹਦਾ ਵਿਜੋਗ ਹੈ ਪਰਿਵਾਰ ਨਾਲ, ਉੱਧਰ ਉਹਦਾ ਸੰਜੋਗ ਹੈ ਪਰਿਵਾਰ ਨਾਲ ਵਿਜੋਗ ਹੈ। ਯਾਨੀ ਕਿ ਉੱਧਰ ਮਿਲਿਆ ਹੋਇਆ, ਪਰਿਵਾਰ ਨਾਲ ਵਿਛੜਿਆ ਹੋਇਆ। ਪਤਨੀ ਉਡੀਕੀ ਜਾਂਦੀ ਘਰ, ਬੱਚੇ ਉਡੀਕੀ ਜਾਂਦੇ ਆ, ਮਾਂ ਉਡੀਕੀ ਜਾਂਦੀ ਹੈ, ਇੱਧਰੋਂ ਵਿਛੋੜਾ ਪਿਆ, ਉੱਧਰ ਮਿਲਿਆ ਹੋਇਆ। ਹੁਣ ਉਹਨੂੰ ਸਮਝ ਆ ਗਈ ਵੀ ਨਹੀਂ, ਮੈਂ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਆਪਣੀ ਮਾਤਾ ਨੂੰ, ਆਪਣੇ ਪਿਤਾ ਨੂੰ ਟਾਈਮ ਦੇਣਾ, ਮੈਂ ਹੁਣ ਵਕਾਰ ਭੋਗਣੇ ਬੰਦ, ਅੱਜ ਤੋਂ ਬਾਅਦ ਨਸ਼ਾ ਸਭ ਕੁਝ ਬੰਦ। ਹੁਣ ਉਹ ਛੱਡ ਕੇ ਇੱਧਰ ਤੁਰ ਪਿਆ। ਹੁਣ ਇੱਧਰ ਸੰਜੋਗ ਹੋ ਗਿਆ ਅਤੇ ਬੁਰਾਈ ਵੱਲੋਂ ਵਿਜੋਗ ਹੋ ਗਿਆ। ਇਹ ਦੋ ਚੀਜ਼ਾਂ ਸੰਸਾਰ ਦੀ ਕਾਰ ਚਲਾ ਰਹੀਆਂ ਨੇ। ਸੰਜੋਗ, ਇੱਕ ਬੰਨੇ ਬੰਦਾ ਮਿਲ ਰਿਹਾ, ਦੂਜੇ ਬੰਨੇ ਵਿਛੜ ਰਿਹਾ। ਇਹ ਹੁਣ ਫੈਸਲਾ ਬੰਦੇ ਨੇ ਖੁਦ ਕਰਨਾ, ਮੈਂ ਸੰਜੋਗ ਰੱਖਣਾ ਕਿੱਧਰ ਹੈ ਅਤੇ ਵਿਜੋਗ ਕਿੱਧਰ ਰੱਖਣਾ। ਇਹ ਫੈਸਲਾ ਬੰਦੇ ਦਾ ਹੈ ਸਾਧ ਸੰਗਤ ਜੀ, ਕਿ ਮੈਂ ਸੱਚਾਈ ਵਾਲੇ ਬੰਨੇ ਸੰਜੋਗ ਰੱਖਣਾ ਅਤੇ ਬੁਰਾਈ ਵੱਲੋਂ ਵਿਜੋਗ ਕਰ ਦੇਣਾ, ਜਾਂ ਮੈਂ ਬੁਰਾਈ ਵਾਲੇ ਬੰਨੇ ਸੰਜੋਗ ਰੱਖਣਾ ਅਤੇ ਚੰਗਿਆਈ ਵਾਲੇ ਬੰਨਿਓ ਜਿਹੜਾ ਵਿਜੋਗ ਰੱਖਣਾ। ਇਹ ਫੈਸਲਾ ਬੰਦੇ ਨੂੰ ਕਰਨਾ ਪੈਣਾ ਹੈ। ਇਹ ਤਾਂ ਫੈਸਲਾ, ਇਹ ਡਿਸੀਜਨ ਬੰਦੇ ਦਾ ਆਪ ਹੈ ਨਾ। 10th ਕਲਾਸ ਤੱਕ ਬੱਚਾ ਪੜ੍ਹਦਾ ਹੈ, ਇਹ ਫੈਸਲਾ ਬੱਚੇ ਦਾ ਇਹਨਾਂ ਨੂੰ ਕੀ ਬਣਨਾ। ਧੱਕੇ ਨਾਲ ਕਈ ਵਾਰੀ ਬੱਚੇ ਨੂੰ ਆਪਾਂ ਕਹਿੰਦੇ ਤੂੰ ਫਲਾਣੀ ਡਿਗਰੀ ਕਰ ਲਾ, ਫਲਾਣਾ ਕੋਰਸ ਕਰ ਲਾ, ਉਹ ਨੱਪਿਆਂ ਕੁੱਟਿਆਂ ਤੁਰ ਪੈਂਦਾ, ਪਰ ਗੱਲ ਨਹੀਂ ਬਣਦੀ। ਉਹ ਕੁਝ ਹੋਰ ਬਣਨਾ ਚਾਹੁੰਦਾ ਸੀ, ਉਹ ਕੋਈ ਹੋਰ ਸਬਜੈਕਟ ਦੇ ਉੱਤੇ ਸਟੱਡੀ ਕਰਨਾ ਚਾਹੁੰਦਾ ਸੀ, ਉਹ ਕੋਈ ਹੋਰ ਵਿਸ਼ੇ ਦੇ ਵਿੱਚ ਮੁਹਾਰਤ ਸੀ ਉਹਦੀ। ਤੋ ਇੱਥੇ ਸ਼ਬਦ ਕਿੱਡੇ ਪਿਆਰੇ ਵਰਤੇ, ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਸੰਜੋਗ ਅਤੇ ਵਿਜੋਗ ਇਹ ਦੋਵੇਂ ਕਾਰ ਚਲਾ ਰਹੇ। ਕਾਰ ਦਾ ਮੀਨਿੰਗ ਕੀ? ਸੰਸਾਰ ਦਾ ਕਾਰ ਵਿਹਾਰ ਇਹਨਾਂ ਦੋਵਾਂ ਦੇ ਸਿਰ 'ਤੇ ਚੱਲਦਾ। ਇੱਕ ਬੰਨੇ ਵਿਛੋੜਾ ਪੈ ਰਿਹਾ, ਦੂਜੇ ਬੰਨੇ ਜਿਹੜਾ ਵਾ ਉਹ ਮਿਲਾਪ ਹੋ ਰਿਹਾ। ਲੇਖੇ ਆਵੇਂ ਭਾਗ, ਫਿਰ ਇਹਨਾਂ ਵਿੱਚੋਂ ਹੀ ਬੰਦੇ ਦੇ ਲੇਖੇ ਦੇ ਭਾਗ ਆਉਣੇ ਆ। ਜੇ ਤੇ ਸੱਚ ਵਾਲੇ ਬੰਨੇ ਤੇਰਾ ਸੰਜੋਗ ਹੋ ਗਿਆ, ਤੇਰਾ ਭਾਗ ਉੱਦਾਂ ਦਾ ਜਗ ਪੈਣਾ ਜਿਹਨੂੰ ਆਪਾਂ ਕਹਿੰਦੇ ਮੇਰੇ ਭਾਗ ਚੰਗੇ ਨੇ, ਤੇਰੇ ਭਾਗ ਮਾੜੇ ਨੇ, ਤੇਰੇ ਭਾਗ ਚੰਗੇ ਨੇ, ਮੇਰੇ ਭਾਗ ਮਾੜੇ ਨੇ। ਇਹ ਭਾਗ ਬੰਦੇ ਨੇ ਖੁਦ ਆਪ ਬਣਾਏ ਨੇ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਹੁਣ ਕਿਹਨੇ ਲਿਖੇ? ਰੱਬ ਨੇ ਕਿ ਬੰਦੇ ਨੇ? ਬੰਦੇ ਨੇ ਲਿਖੇ। ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਦੱਦਾ ਹੈ, ਦੋਸ਼ ਨਾ ਦੇਊਂ ਕਿਸੇ ਦੋਸ਼ ਕਰਾਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ। ਤੋ ਇੱਥੇ ਗੁਰਦੇਵ ਜੀ ਕਹਿੰਦੇ ਨੇ ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਤੇ ਲੇਖੇ ਆਵੇਂ ਭਾਗ। ਬੰਦੇ ਦੇ ਲੇਖੇ, ਇਹਨਾਂ 'ਚੋਂ ਕਿਹੜੀ ਚੀਜ਼ ਆਉਣੀ ਹੈ? ਬੰਦੇ ਦਾ ਆਪਣਾ ਫੈਸਲਾ ਵੀ ਮੈਂ ਸੱਚ ਵਾਲੇ ਬੰਨੇ ਮਿਲਾਪ ਰੱਖਣਾ ਅਤੇ ਝੂਠ ਵਾਲੇ ਬੰਨੇ ਮੇਰਾ ਵਿਛੋੜਾ ਪੈ ਜੇ। ਫਿਰ ਉੱਦਾਂ ਦਾ ਭਾਗ ਲਿਖਿਆ ਜਾਣਾ ਜਿਹਨੂੰ ਕਹਿੰਦੇ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਲੇਖ ਲਿਖਣੇ ਤੇਰੀ ਆਪਣੀ ਮਰਜ਼ੀ ਹੈ। ਜਿਹੜੇ ਇੱਥੇ ਲੇਖ ਲਿਖੇ ਜਾਣੇ ਨਾ ਮੱਥੇ 'ਤੇ, ਜਿਹੜੇ ਅੰਦਰ ਵਿਚਾਰਾਂ ਦੇ ਲੇਖ ਨੇ, ਇਹ ਬੰਦੇ ਨੇ ਖੁਦ ਆਪ ਲਿਖਣੇ। ਤੂੰ ਕਿੱਦਾਂ ਦਾ ਆਰਟੀਕਲ ਅੰਦਰ ਲਿਖਣਾ ਚਾਹੁੰਦਾ ਹੈ, ਇਹ ਤੇਰਾ ਡਿਸੀਜਨ, ਇਹ ਤੇਰਾ ਫੈਸਲਾ ਖੁਦ ਆਪ ਆ। ਗੁਰਦੇਵ ਜੀ ਜੋਗੀਆਂ ਨਾਲ ਗੱਲਬਾਤ ਕਰਦੇ ਆ, ਸਮੁੱਚੀ ਕਾਇਨਾਤ ਨੂੰ ਇਹ ਸੁਨੇਹਾ ਦੇ ਰਹੇ ਨੇ, ਭਾਈ ਆਓ ਆਪਣੀ ਜ਼ਿੰਦਗੀ 'ਚ ਗਿਆਨ ਲੈ ਕੇ ਆਓ, ਜ਼ਿੰਦਗੀ 'ਚ ਦਇਆ ਲੈ ਕੇ ਆਓ, ਹਰ ਹਿਰਦੇ 'ਚ ਬੈਠਾ ਉਹਨੂੰ ਮਹਿਸੂਸ ਕਰੋ। ਇਹ ਮਹਿਸੂਸ ਕਰੋ ਉਹ ਨਾਥ ਆਪ ਹੈ ਜਿਹਨੇ ਸਾਰੀ ਕਾਇਨਾਤ ਨੂੰ ਨੱਥਿਆ ਹੋਇਆ। ਉਹਦੇ ਭੈ 'ਚ ਰਹਿ ਕੇ, ਉਹਦੀ ਹੁਕਮ 'ਚ ਤੁਰ ਕੇ ਇਹ ਕੂੜ ਦੀ ਕੰਧ ਟੁੱਟ ਸਕਦੀ ਹੈ। ਜੇ ਕੂੜ ਦੀ ਕੰਧ ਤੋੜਨਾ ਚਾਹੁੰਦੇ ਆ, ਕਿਵੇਂ ਸਚਿਆਰਾ ਹੋਈ ਹੈ, ਗੱਲ ਉੱਥੇ ਜੋੜੀ ਆਪਾਂ ਪਹਿਲੀ ਪੌੜੀ 'ਤੇ ਵੀ ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟਾ ਪਾਲ, ਕਿਵੇਂ ਅਸੀਂ ਸੱਚੇ ਬਣੀਏ, ਕਿਵੇਂ ਸਾਡੀ ਅਤੇ ਉਸ ਮਾਲਕ ਦੇ ਦਰਮਿਆਨ ਜਿਹੜੀ ਕੂੜ ਦੀ ਕੰਧ ਹੈ ਟੁੱਟੇ, ਹੁਕਮ ਰਜ਼ਾਈ ਚੱਲਣਾ, ਉਹਦੀ ਰਜਾ 'ਚ ਤੁਰੀਏ। ਨਾਨਕ ਲਿਖਿਆ ਨਾਲ ਇੱਥੇ ਕਹਤਾ ਆਪ ਨਾਥ ਨਾਥੀ ਸਭ ਜਾਂ ਕੀ ਅਤੇ ਰਿੱਧ ਸਿੱਧ ਅਵਰਾ ਸਾਧ। ਕਿੱਡੇ ਪਿਆਰੇ ਸ਼ਬਦ ਨੇ। ਤਾਂ ਕਹਿਤਾ ਸੰਜੋਗ ਵਿਜੋਗ। ਸੰਜੋਗ ਦਾ ਅਰਥ ਫਿਰ ਸਮਝ ਲਓ, ਸੰਜੋਗ ਦਾ ਅਰਥ ਹੈ ਮਿਲਣਾ, ਵਿਜੋਗ ਦਾ ਅਰਥ ਕੀ ਹੈ? ਵਿਛੜਨਾ। ਇੱਕ ਬੰਨੇ ਮਿਲ ਰਿਹਾ, ਦੂਜੇ ਬੰਨੇ ਵਿਛੜ ਰਿਹਾ। ਕਈ ਬੁਰਾਈਆਂ ਨੂੰ ਛੱਡ ਕੇ ਚੰਗਿਆਈ ਵਾਲੇ ਬੰਨੇ ਆ ਰਿਹਾ, ਚੰਗਿਆਈ ਵਾਲੇ ਬੰਨੇ ਸੰਜੋਗ ਹੋ ਰਿਹਾ, ਬੁਰਾਈ ਵਾਲੇ ਬੰਨੇ ਵਿਜੋਗ ਹੋ ਰਿਹਾ। ਹੁਣ ਇੱਕ ਬੰਦਾ ਨਸ਼ਾ ਪੀਂਦਾ, ਇੱਕ ਬੰਦਾ ਨਸ਼ਾ ਪੀਂਦਾ, ਉਹਨੇ ਨਸ਼ਾ ਛੱਡ ਦਿੱਤਾ,
ਨਸ਼ਾ ਛੱਡ ਦਿੱਤਾ, ਪਰਿਵਾਰ ਵਾਲੇ ਬੰਨੇ ਸੰਜੋਗ ਹੋ ਰਿਹਾ ਤੇ ਜਿਨ੍ਹਾਂ ਦਾ ਨਸ਼ਾ ਵਿਕਦਾ ਸੀ ਉਹਨਾਂ ਦਾ ਕਸਟਮਰ ਗਵਾਚ ਗਿਆ, ਉਹਨਾਂ ਦਾ ਉਹ ਵਿਛੋੜਾ ਪੈ ਗਿਆ। ਉਹ ਕਹਿੰਦੇ ਸਾਡੇ ਦੇ ਗਾਹਕ ਘਟ ਗਏ, ਵੀ ਸਾਡੇ ਤੇ ਸਮੈਕ ਵਿਕਦੀ ਸੀ, ਸਾਡੇ ਤੇ ਡਰੱਗ ਵਿਕਦੇ ਸੀ। ਹੁਣ ਇੱਕ ਬੰਨੇ ਵਿਛੋੜਾ ਹੋ ਰਿਹਾ, ਇੱਕ ਬੰਨੇ ਮਿਲਾਪ ਹੋ ਰਿਹਾ। ਇਹ ਫੈਸਲਾ ਬੰਦਿਆ ਤੇਰਾ ਹੈ। ਤੂੰ ਸੱਚ ਵਾਲੇ ਬੰਨੇ ਸੰਜੋਗ ਰੱਖਣਾ, ਮਿਲਾਪ ਰੱਖਣਾ, ਝੂਠ ਵਾਲੇ ਬੰਨੇ ਵਿਛੋੜਾ ਰੱਖਣਾ, ਜਾਂ ਝੂਠ ਵਾਲੇ ਬੰਨੇ ਸੰਜੋਗ ਰੱਖਣਾ ਤੇ ਜਿਹੜਾ ਚੰਗਿਆਈ ਹੈ ਉਹਦੇ ਤੋਂ ਵਿਜੋਗ ਰੱਖਣਾ। ਇਹ ਡਿਸੀਜਨ, ਇਹ ਫੈਸਲਾ ਤੇਰਾ ਖੁਦ ਆਪਣਾ ਹੈ। ਤੂੰ ਗੁਰੂ ਵਾਲੇ ਬੰਨੇ ਤੁਰ ਕੇ ਸੋਹਣੀ ਜਿਹੀ ਦਸਤਾਰ ਸਜਾਉਣੀ ਹੈ, ਸਭ ਸੂਰਤ ਹੋਣਾ ਹੈ, ਖੰਡੇ ਦੀ ਪਹੁ ਲੈ ਕੇ ਗੁਰੂ ਦੇ ਪੁੱਤਰ ਧੀਆਂ ਬਣ ਕੇ ਜ਼ਿੰਦਗੀ ਜਿਉਣੀ ਹੈ, ਇੱਧਰ ਸੰਜੋਗ ਰੱਖਣਾ ਹੈ। ਤੇ ਵਕਾਰਾਂ ਵਾਲੇ ਬੰਨਿਓ ਵਿਜੋਗ ਰੱਖਣਾ ਹੈ। ਇਹ ਫੈਸਲਾ ਤੇਰਾ ਆਪਣਾ ਹੈ। ਧੱਕੇ ਨਾਲ ਥੋੜ੍ਹਾ ਤੈਨੂੰ ਕੋਈ ਲੈ ਕੇ ਜਾ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹ ਇੱਥੇ ਸ਼ਬਦ ਲਿਖ ਦਿੱਤੇ, ਸੰਜੋਗ ਵਿਜੋਗ ਦੋਏ ਕਾਰ ਚਲਾਵੇਂ। ਇਹਦੇ 'ਤੇ ਸੰਸਾਰ ਦਾ ਕਾਰ ਵਿਹਾਰ ਚੱਲ ਰਿਹਾ। ਇੱਕ ਬੰਨੇ ਮਿਲ ਰਿਹਾ, ਦੂਜੇ ਬੰਨੇ ਵਿਛੜ ਰਿਹਾ। ਇਹ ਮਿਲਣਾ ਵਿਛੜਾ ਸੰਸਾਰ ਦੀ ਕਾਰ ਚੱਲ ਰਹੀ ਹੈ। ਧੱਕੇ ਨਾਲ ਤੈਨੂੰ ਇੱਧਰ ਨਹੀਂ ਕਿਸੇ ਨੇ ਜੋੜ ਦੇਣਾ। ਉਹ ਗੱਲ ਭਾਵੇਂ ਸੌਖੀ ਜਿਹੀ ਸੀ ਵੀ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਇੱਕ ਬੰਨੇ ਪੁੱਟਣਾ, ਦੂਜੇ ਬੰਨੇ ਲਾਉਣਾ। ਹੁਣ ਮਰਜ਼ੀ ਆਪਣੀ ਆ ਵੀ ਆਪਾਂ ਕਰਨਾ ਕੀ ਹੈ। ਇਹ ਫੈਸਲਾ ਸਾਡਾ ਆਪਣਾ। ਮਨ ਬੁਰਾਈ ਵੱਲੋਂ ਪੁੱਟ ਕੇ ਚੰਗਿਆਈ ਵਾਲੇ ਬੰਨੇ ਲਾਉਣਾ ਹੈ, ਉਧਰੋਂ ਵਿਛੋੜਾ ਪੈ ਜਾਣਾ ਅਤੇ ਇੱਧਰ ਮਿਲਾਪ ਹੋ ਜਾਣਾ ਹੈ। ਇਹੋ ਗੁਰੂ ਸਾਹਿਬ ਨੇ ਆਖਿਆ ਸੀ ਵੀ ਇਹ ਜਿਹੜੀ ਧਰਤੀ ਹੈ ਇਹਨੂੰ ਗੋਡ, ਇਹਦੇ ਵਿੱਚੋਂ ਨਦੀਨ ਬਾਹਰ ਕੱਢ ਦੇ ਅਤੇ ਤਾਂ ਕਿ ਤੇਰਾ ਗੁਣਾਂ ਦਾ ਜਿਹੜਾ ਪੌਦਾ ਉਹ ਮੋਟਾ ਹੋ ਸਕੇ। ਸੰਜੋਗ ਵਿਜੋਗ ਦੋਏ ਕਾਰ ਚਲਾਵੇਂ ਅਤੇ ਲੇਖੇ ਆਵੇਂ ਭਾਗ। ਪਾਤਸ਼ਾਹ ਕਹਿੰਦੇ ਆਦੇਸ਼ ਮੇਰੀ ਤੇ ਉਹਨੂੰ ਨਮਸਕਾਰ ਹੈ ਜਿਹੜਾ ਆਪ ਨਾਥ ਨਾਥੀ ਸਭ ਜਾਂ ਕੀ ਹੈ। ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ। ਜਿਹੜਾ ਹਰ ਯੁੱਗ ਹਰ ਸਮੇਂ ਇੱਕੋ ਜਿਹਾ ਹੈ। ਆਓ ਆਪਣੀ ਜ਼ਿੰਦਗੀ 'ਚ ਗਿਆਨ ਲੈ ਕੇ ਆਈਏ। ਇਹ ਭਾਵੇਂ ਸ਼ਬਦ ਜੋਗੀਆਂ ਵਾਸਤੇ ਵਰਤਿਆ, ਗਿਆਨ ਭੁਗਤ ਗਿਆਨ ਦਇਆ ਭੰਡਾਰਨ, ਪਰ ਆਪਣੀ ਜ਼ਿੰਦਗੀ 'ਚ ਸਾਰਿਆਂ ਨੂੰ, ਕਿਉਂਕਿ ਜਿਹੜੇ ਇਹ ਦੋਵਾਂ ਪੌੜੀਆਂ 'ਚ ਸੰਤੋਖ ਦੀ ਗੱਲ ਕੀਤੀ ਗਈ ਗੁਰਦੇਵ ਜੀ ਵੱਲੋਂ, ਉਦਮ ਦੀ ਗੱਲ ਕੀਤੀ ਗਈ, ਆਪਣੇ ਮਨ ਨੂੰ ਵਿਕਾਰਾਂ ਤੋਂ ਬਚਾਉਣ ਦੀ ਗੱਲ ਕੀਤੀ ਗਈ, ਸੱਚਾਈ ਦੇ ਰਸਤੇ 'ਤੇ ਤੁਰ ਕੇ ਬੁਰੇ ਕੰਮਾਂ ਵੱਲੋਂ ਬਚਣ ਦੀ ਗੱਲ ਕੀਤੀ ਗਈ, ਗਿਆਨ ਦੀ ਗੱਲ ਕੀਤੀ ਗਈ, ਦਇਆ ਦੀ ਗੱਲ ਕੀਤੀ ਗਈ, ਸਾਰਿਆਂ 'ਚ ਬੈਠੇ ਉਸ ਮਾਲਕ ਨੂੰ ਮਹਿਸੂਸ ਕਰਨ ਦੀ ਗੱਲ ਕੀਤੀ ਗਈ। ਇਹ ਸਮੁੱਚੀ ਕਾਇਨਾਤ ਨਾਲ ਸੰਬੰਧਿਤ ਹੈ। ਆਓ ਜੋਗੀਆਂ ਦੇ ਰਾਹੀਂ ਸ਼ਬਦ ਭਾਵੇਂ ਚਿੰਨ੍ਹ ਭਾਵੇਂ ਉਹਨਾਂ ਦੇ ਵਰਤ ਕੇ ਉਹਨਾਂ ਦਾ ਨਾਂ ਲੈ ਕੇ ਗੱਲ ਸਾਨੂੰ ਸਮਝਾਈ ਵੀ ਆਓ ਜੋਗੀ ਲੋਕੋ ਉਸ ਨਾਥ ਨਾਲ ਜੁੜੀਏ। ਅਤੇ ਇਕੱਲੀ ਜੋਗੀਆਂ ਦੀ ਗੱਲ ਨਹੀਂ, ਆਪਾਂ ਵੀ ਉਸ ਸੱਚੇ ਨਾਥ ਨਾਲ ਜੁੜੀਏ ਜਿਹੜਾ ਆਦ ਸੱਚ ਹੈ, ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ ਅਤੇ ਅੱਗੇ ਵੀ ਹੋਏਗਾ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਸਾਧ ਸੰਗਤ ਜੀ, ਆਓ ਆਪਣੀ ਜ਼ਿੰਦਗੀ ਵਿੱਚ ਇਹ ਸੋਹਣੇ ਗੁਣ ਆਪਣੀ ਜ਼ਿੰਦਗੀ 'ਚੋਂ ਪੈਦਾ ਕਰੀਏ ਅਤੇ ਜ਼ਿੰਦਗੀ ਜਿਉਣ ਦੀ ਸਾਨੂੰ ਸਮਝ ਲੱਗ ਸਕੇ, ਤਾਂ ਕਿ ਅਸੀਂ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉ ਸਕੀਏ। ਸਾਰਿਆਂ ਦਾ ਧੰਨਵਾਦ ਜੋ ਤੁਸੀਂ ਰੋਜ਼ਾਨਾ ਸਮਾਂ ਕੱਢ ਕੇ ਬਾਣੀ ਦੀ ਵਿਚਾਰ ਨੂੰ ਸਰਵਣ ਕਰ ਰਹੇ ਹੋ। ਹਰ ਵਾਰ ਇੱਕੋ ਬੇਨਤੀ ਮੈਂ ਹਰ ਪੌੜੀ ਤੋਂ ਬਾਅਦ ਕਰਦਾ, ਇਹ ਜੋ ਵਿਚਾਰ ਕੀਤੀ ਜਾ ਰਹੀ ਹੈ ਇਹ ਸਾਡਾ ਕੋਈ ਅੰਤਲਾ ਫੈਸਲਾ ਨਹੀਂ। ਬਾਣੀ ਇੱਕ ਸਾਗਰ ਹੈ। ਆਪ ਪੜ੍ਹੋ, ਆਪ ਚੁੱਭੀਆਂ ਮਾਰੋ, ਆਪ ਸਹਿਜ ਪਾਠ ਕਰੋ, ਪੜ੍ਹਦੇ ਜਾਓ ਅਤੇ ਜ਼ਿੰਦਗੀ ਨੂੰ ਸਵਾਰੀਏ, ਤਾਂ ਕਿ ਅਸੀਂ ਮਾਣ ਨਾਲ ਮਹਿਸੂਸ ਕਰ ਸਕੀਏ ਗੁਰੂ ਸਾਹਿਬ ਨੇ ਸਾਨੂੰ ਕਿੰਨਾ ਸੋਹਣਾ ਜੀਵਨ ਬਖਸ਼ਿਸ਼ ਕੀਤਾ ਹੈ। ਇਹ ਹੀਰੇ ਵਰਗਾ ਜਨਮ ਹੈ ਜਿਹਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਜਾਈਂ ਨਾ ਗਵਾਈਏ। ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹਨੂੰ ਕੌਡੀਆਂ ਦੇ ਭਾਅ ਨਾ ਗਵਾਈਏ, ਇਹਦੇ ਕੋਲੋਂ ਕੰਮ ਲੈ ਲਈਏ ਤਾਂ ਕਿ ਜ਼ਿੰਦਗੀ ਸਾਡੀ ਜਿਹੜੀ ਹੈ ਉਹ ਖੂਬਸੂਰਤ ਬਣ ਸਕੇ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ